ਸਾਨੂੰ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਦਿੱਤਾ ਹੈ। ਕਹਿੰਦੇ ਕਿ ਤੁਸੀਂ ਇਹਨਾਂ ਸੰਸਾਰੀ ਅੱਖਾਂ ਦੇ ਨਾਲ ਵੀ ਅਕਾਲ ਪੁਰਖ ਪਰਮਾਤਮਾ ਜੀਆਂ ਨੂੰ ਦੇਖਣਾ ਹੈ, ਪਰ ਜਦੋਂ ਅਸੀਂ ਸੰਸਾਰ ਦੇ ਵਿੱਚ ਆਏ ਤੇ ਸਾਨੂੰ ਇਹਨਾਂ ਅੱਖਾਂ ਨੂੰ ਬੜਾ ਕੋਸਿਆ ਗਿਆ, ਬੜਾ ਮੰਦਾ ਇਹਨਾਂ ਨੂੰ ਅੱਖਾਂ ਨੂੰ ਆਖਿਆ ਗਿਆ ਕਿ ਬੰਦਾ ਅੱਖਾਂ ਨਾਲ ਬੁਰਾ ਵੇਖਦਾ ਹੈ, ਬੁਰਾ ਤੱਕਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਇਹ ਨੇਤਰੋ ਮੇਰਿਓ ਹਰ ਤੁਮੇ ਚਿਤ ਰੱਖੀ, ਹਰ ਬਿਨ ਅਵਰ ਨਾ ਦੇਖੋ, ਕੋਈ ਹਰੀ ਤੋਂ ਬਿਨਾ ਤੁਸੀਂ ਦੇਖੋ ਨਾ। ਇਹਦਾ ਮਤਲਬ ਅਸੀਂ ਬਾਕੀਆਂ ਨੂੰ ਦੇਖਣਾ, ਕਿ ਸੰਸਾਰ ਦੇ ਨੂੰ ਦੇਖਣਾ ਨਹੀਂ, ਕੇਵਲ ਨੂੰ ਹੀ ਦੇਖਣਾ ਹੈ। ਮਹਾਰਾਜ ਕਹਿੰਦੇ ਨੇ, ਇਹ ਵਿਸ ਸੰਸਾਰ ਤੁਮ ਦੇਖ ਹਰ ਕਾ ਰੂਪ ਹੈ। ਇਹ ਜਿਹੜਾ ਸਾਰਾ ਸੰਸਾਰ ਤੁਸੀਂ ਵੇਖਦੇ ਪਿਓ, ਇਹ ਦਾ ਰੂਪ ਹੈ, ਹਰ ਰੂਪ ਨਾ ਆਇਆ। ਇਸ ਕਰਕੇ ਇਹਨਾਂ ਅੱਖਾਂ ਦਾ ਸਮਝਾਉਣ ਦਾ, ਵੇਖਣ ਦਾ, ਅੱਖਾਂ ਦਾ ਵੇਖਣ ਦਾ ਤਰੀਕਾ ਸਤਿਗੁਰੂ ਜੀ ਨੇ ਦੱਸ ਦਿੱਤਾ ਵੀ ਇਹ ਨੇਤਰੋ ਤੁਸੀਂ ਵੇਖਣਾ ਕੀ ਹੈ, ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਭਾਵ ਕਿ ਇਹ ਜਿਹੜੇ ਜੀਵ ਨੇ, ਇਹ ਜਿਹੜੀ ਕੁਦਰਤ ਹੈ, ਇਹ ਹਰ ਕਾ ਰੂਪ ਹੈ, ਇਹ ਰੱਬ ਦਾ ਰੂਪ ਹੈ, ਅਕਾਲ ਪੁਰਖ ਆਤਮਾ ਜੀ ਦਾ ਰੂਪ ਹੈ। ਸੋ ਸਭ ਤੋਂ ਗੱਲ ਸਾਨੂੰ ਜਿਹੜੀ ਆਰੰਭਕ ਇੱਥੋਂ ਹੀ ਕਰਨੀ ਪੈਂਦੀ ਹੈ, ਜਦੋਂ ਪ੍ਰਮਾਤਮਾ ਨੂੰ ਜਪਣਾ ਹੈ। ਜਿਸ ਨੇ ਵੀ ਪ੍ਰਮਾਤਮਾ ਨੂੰ ਜਪਿਆ, ਚਾਹੇ ਕੋਈ ਵੀ ਭਗਤ ਹੋਵੇ ਸੰਸਾਰ ਦੇ ਵਿੱਚ, ਉਹਨੇ ਸਭ ਤੋਂ ਪਹਿਲਾਂ ਗੱਲ ਹੀ ਸ਼ੁਰੂਆਤ ਸੇਵਾ ਤੋਂ ਕੀਤੀ, ਸਭ ਦਾ ਭਲਾ ਕੀਤਾ, ਸਰਬੱਤ ਦਾ ਭਲਾ ਮੰਗਿਆ ਤੇ ਸਾਰਿਆਂ ਦੇ ਵਿੱਚ ਅਕਾਲ ਪ੍ਰਮਾਤਮਾ ਨੂੰ ਜਾਣਿਆ। ਫਿਰ ਉਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਆਣ ਕੇ ਟਿਕਿਆ। ਤੇ ਸਤਿਗੁਰੂ ਜੀ ਕਹਿੰਦੇ ਨੇ, ਸਾਥ ਨਾ ਚਾਲੇ ਬਿਨ ਭਜਨ ਵੇਖਿਆ ਸਗਲੀ ਸ਼ਾਰ। ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ, ਕਹਿੰਦੇ ਮਹਾਰਾਜ ਜੇ ਅਸੀਂ ਖਾਣ ਪੀਣ ਤੋਂ ਵਾਂਝੇ ਰਵਾਂਗੇ ਤੇ ਫਿਰ ਕਿਵੇਂ ਜਪਾਂਗੇ? ਜੇ ਸਾਡੇ ਕੋਲ ਭੋਜਨ ਹੀ ਨਹੀਂ ਹੋਵੇਗਾ ਤੇ ਫਿਰ ਰੱਬ ਦੀ ਇਬਾਦਤ ਕਿਵੇਂ ਕਰਾਂਗੇ? ਅਸੀਂ ਅਕਾਲ ਪੁਰਖ ਆਤਮਾ ਜੀਆਂ ਦਾ ਵਰਣਨ ਕਿਵੇਂ ਕਰਾਂਗੇ? ਤੇ ਮਹਾਰਾਜ ਕਹਿੰਦੇ, ਨਹੀਂ, ਤੈਨੂੰ ਇਹਨੂੰ ਲੱਗਣ ਵਾਸਤੇ ਨਹੀਂ ਕਿਹਾ, ਇਹਦੇ ਜ਼ਹਿਰ ਤੋਂ ਬਚਣ ਵਾਸਤੇ ਕਿਹਾ। ਇਹਨੂੰ ਤਿਆਗਣਾ ਨਹੀਂ ਹੈ। ਜਿਵੇਂ ਅਸੀਂ ਕਾਮ, ਕ੍ਰੋਧ, ਅਹੰਕਾਰ, ਲੋਭ, ਮੋਹ ਦੀ ਗੱਲ ਕਰਦੇ ਹਾਂ, ਇਹ ਪੰਜ ਤੱਤ ਨੇ। ਪਰ ਜਦੋਂ ਇਹ ਵਿਕਾਰ ਆਪਣਾ ਜ਼ੋਰ ਪਾ ਲੈਂਦੇ ਨੇ ਸਰੀਰ ਦੇ ਉੱਪਰ, ਫਿਰ ਇਹ ਵਿਕਾਰ ਬਣ ਜਾਂਦੇ ਨੇ। ਵੈਸੇ ਵਿਕਾਰ ਕਿਉਂ ਨੇ? ਵੈਸੇ ਤਾਂ ਪੰਜਾਂ ਤੱਤਾਂ ਦਾ ਸਰੀਰ ਹੈ, ਦੀ ਸਰੀਰ ਅੰਦਰ ਲੋੜ ਹੈ, ਕਾਮ, ਕ੍ਰੋਧ, ਅਹੰਕਾਰ। ਅਸਲ ਦੇ ਵਿੱਚ ਕਈ ਵਾਰੀ ਨਾ ਸ਼ਬਦਾਂ ਦਾ ਹੇਰ ਫੇਰ ਕਰਕੇ ਇਹਨਾਂ ਚੀਜ਼ਾਂ ਦਾ ਬਣਾਵਟੀ ਰੂਪ ਦੇ ਦਿੱਤਾ ਜਾਂਦਾ ਹੈ। ਹੁਣ ਜਿਹੜਾ ਕ੍ਰੋਧ ਹੈ, ਕ੍ਰੋਧ ਨੂੰ ਜਦੋਂ ਕੋਈ ਧਾਰਮਿਕ ਆਗੂ ਜੰਗ ਦੇ ਵਿੱਚ ਲੜਦਾ ਹੋਵੇ ਤੇ ਅਸੀਂ ਉਹਨੂੰ ਕਹਿ ਦਿੰਨੇ ਜੀ ਉਹਨਾਂ ਨੂੰ ਵੀਰ ਰਸ ਆ ਗਿਆ। ਵੀਰ ਰਸ ਤੋਂ ਭਾਵ ਕੀ ਹੁੰਦਾ ਹੈ? ਗੁੱਸਾ। ਜੇ ਅਸੀਂ ਕਹੀਏ ਵੀ ਉਹਨਾਂ ਨੂੰ ਕ੍ਰੋਧ ਆਇਆ, ਫਿਰ ਤਾਂ ਇੱਕੋ ਜਿਹਾ, ਕੋਈ ਫਰਕ ਨਹੀਂ, ਸਿਰਫ ਸ਼ਬਦਾਂ ਦਾ ਹੇਰ ਫੇਰ ਹੈ। ਵੀਰ ਰਸ, ਕ੍ਰੋਧ, ਗੁੱਸਾ, ਸ਼ਬਦ ਵੱਖਰੇ ਵੱਖਰੇ ਨੇ ਪਰ ਕੰਮ ਇਹਨਾਂ ਦਾ ਇੱਕ ਹੀ ਹੈ। ਪਰ ਇਹ ਸਰੀਰ ਹੈ, ਮਨੁੱਖੀ ਸਰੀਰ, ਇਹਦੀ ਜ਼ਬਾਨ ਜਿਹੜੀ ਹੈ ਨਾ, ਰਸਨਾ ਜਿਹੜੀ ਹੈ, ਦੀਵਾਨੀ ਪੱਖ ਕਈ ਵਾਰ ਲੈ ਲੈਂਦੀ ਹੈ ਕਿ ਜਦੋਂ ਕੋਈ ਧਾਰਮਿਕ ਆਗੂ ਜੰਗ ਲੜਦਾ ਹੈ, ਉਦੋਂ ਇਹ ਕਹਿ ਦਿੰਦਾ ਵੀਰ ਰਸ। ਜਦੋਂ ਕੋਈ ਸਾਡੇ ਆਗੂ ਦੇ ਖਿਲਾਫ ਲੜਦਾ ਹੈ, ਉਹਨੂੰ ਕ੍ਰੋਧ ਆ ਜਾਂਦਾ ਹੈ। ਤੇ ਜਦੋਂ ਕੋਈ ਵਿਦਵਾਨ ਪੱਖ ਕੋਈ ਗੱਲ ਕਰ, ਕੋਈ ਸਭਾ ਲੱਗੇ, ਫਿਰ ਉੱਥੇ ਗੁੱਸਾ ਆ ਜਾਂਦਾ ਹੈ। ਸ਼ਬਦਾਂ ਦਾ ਹੇਰ ਫੇਰ ਹੈ ਕਿ ਉਹ ਗੁੱਸਾ, ਉਹ ਕ੍ਰੋਧ, ਉਹ ਵੀਰ ਰਸ, ਉਹ ਤਿੰਨਾਂ ਨੂੰ ਵੱਖਰਾ ਵੱਖਰਾ ਕਿਉਂ ਹੁੰਦਾ ਹੈ? ਵੱਖਰੇ ਵੱਖਰੇ ਨੇ, ਗੁੱਸਾ ਇੱਕੋ ਜਿਹਾ ਹੀ ਹੈ। ਇਵੇਂ ਮਹਾਰਾਜ ਕਹਿੰਦੇ ਨੇ ਵੀ ਜਦੋਂ ਇਹ ਕਾਮ ਹੈ ਸਰੀਰ ਅੰਦਰ, ਅਕਾਲ ਪੁਰਖ ਪਰਮਾਤਮਾ ਨੇ ਆਪ ਪਾਇਆ ਹੈ। ਸੰਸਾਰ ਦੀ ਉਤਪਤੀ ਹੈ, ਸੰਸਾਰ ਦੇ ਜੀਵ ਇਸ ਤੋਂ ਅੱਗੇ ਵੱਧਦੇ ਨੇ, ਸੰਸਾਰ ਚੱਲਦਾ ਹੈ। ਪਰ
ਇਹ ਵਿਕਾਰੀ ਹੋ ਜਵੇ, ਸੰਸਾਰ ਦੇ ਅੰਦਰ ਵਿਕਾਰੀ ਹੋ ਜਾਵੇ, ਪਰਾਇਆ ਤਨ ਤੱਕਣ ਲੱਗ ਪੈਂਦਾ ਹੈ ਤੇ ਇਹ ਚੀਜ਼ ਵਿਕਾਰੀ ਹੋ ਜਾਂਦੀ ਹੈ, ਬੰਦਾ ਬੁਰੀ ਬਿਰਤੀ ਵਾਲਾ ਹੋ ਜਾਂਦਾ ਹੈ। ਸੋ ਇਸ ਕਰਕੇ ਮਹਾਰਾਜ ਨੇ ਸਾਨੂੰ ਇੱਥੇ ਇਹੀ ਗੱਲ ਸਮਝਾਈ ਹੈ, ਮਾਇਆ ਜਿਹੜੀ ਹੈ ਉਹ ਇੱਕ ਕੁਦਰਤੀ ਸਰੋਤ ਹੈ। ਹਰ ਇੱਕ ਵਸਤੂ ਕੁਦਰਤੀ ਸਰੋਤ ਰੱਬ ਨੇ ਸਾਨੂੰ ਦਿੱਤੀ, ਆਪ ਸਾਨੂੰ ਉਹ ਵਸਤੂਆਂ ਦਿੱਤੀਆਂ ਨੇ। ਤੁਸੀਂ ਸੋਚ ਕੇ ਵੇਖੋ, ਇਹ ਚੀਜ਼ਾਂ, ਇਹ ਵਸਤੂਆਂ ਜਿਨ੍ਹਾਂ ਨੂੰ ਕਾਮ ਕ੍ਰੋਧ ਕਹਿ ਕੇ, ਅਹੰਕਾਰ ਕਹਿ ਕੇ ਭੰਡਿਆ ਜਾਂਦਾ ਹੈ ਨਾ, ਭੰਡਿਆ ਜਾਂਦਾ ਕਿਉਂਕਿ ਵੱਧ ਗਈਆਂ ਨੇ, ਪਰ ਉਹਨਾਂ ਤੋਂ ਬਿਨਾਂ ਸੰਸਾਰ ਦਾ ਗੁਜ਼ਾਰਾ ਨਹੀਂ ਹੈਗਾ। ਉਹਨਾਂ ਤੋਂ ਬਿਨਾਂ ਸੰਸਾਰ ਦਾ ਬਿਲਕੁਲ ਗੁਜ਼ਾਰਾ ਨਹੀਂ ਹੈਗਾ। ਜਿਸ ਵਿੱਚੋਂ ਕੋਈ ਵੀ ਨਾ ਹੋਵੇ, ਕਈ ਵਾਰੀ ਸਾਨੂੰ ਸੰਸਾਰ ਦੇ ਵਿੱਚ ਵੈਦਾਂ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਕਰਕੇ ਸਾਨੂੰ ਗੁਰਬਾਣੀ ਨੇ ਇਹੀ ਗੱਲ ਆਖੀ ਹੈ, ਜਦੋਂ ਪ੍ਰਮਾਤਮਾ ਛੱਡ ਕੇ ਤੂੰ ਕਹਿੰਦਾ ਇਹਨਾਂ ਨਾ ਮਾਇਆ ਮਨੋ ਨਾ ਵੀਸਰੇ ਮੰਗੇ ਦਮਾਂ ਦਮ, ਮਨੁੱਖ ਦੇ ਹਿਰਦੇ ਦੇ ਵਿੱਚੋਂ ਜਦੋਂ ਮਾਇਆ ਵਿਸਰਦੀ ਨਹੀਂ ਹੈ। ਵੈਸੇ ਕਈ ਵਾਰੀ ਨਾ ਅਸੀਂ ਸੁਣ ਕੇ ਇਹ ਗੱਲਾਂ ਮਾਇਆ ਮਾਇਆ ਮਾਇਆ, ਤੇ ਸਾਨੂੰ ਇਉਂ ਲੱਗਦਾ ਕਿ ਕੀ ਮਾਇਆ ਹੀ ਰੱਬ ਦੇ ਨਾਲ ਨਫ਼ਰਤ ਹੈ? ਇੱਕ ਮਾਇਆ ਹੀ ਪ੍ਰਮਾਤਮਾ ਦੇ ਨਾਲੋਂ ਵਿਛੋੜਨ ਵਾਲੀ ਹੈ, ਤੇ ਪਰ ਇਹ ਤੋਂ ਗੁਜ਼ਾਰਾ ਵੀ ਨਹੀਂ ਨਾ ਹੈਗਾ, ਇਹਦੇ ਤੋਂ ਬਿਨਾਂ ਬਿਲਕੁਲ ਗੁਜ਼ਾਰਾ ਨਹੀਂ ਹੈਗਾ, ਬਿਲਕੁਲ ਵੀ ਨਹੀਂ। ਅਸੀਂ ਬਿਲਕੁਲ ਵੀ ਗੁਜ਼ਾਰਾ ਨਹੀਂ ਕਰ ਸਕਦੇ ਇਹਦੇ ਤੋਂ ਬਿਨਾਂ। ਸੋ ਇਸ ਕਰਕੇ ਸਾਨੂੰ ਅਕਾਲ ਪੁਰਖ ਪ੍ਰਮਾਤਮਾ ਜੀਆਂ ਨੇ ਇੱਕ ਗੁਜਰਾਨ ਦੇ ਤੌਰ ਤੇ ਗੁਜ਼ਾਰੇ ਦੇ ਵਜੋਂ ਦਿੱਤੀ, ਪਰ ਜਦੋਂ ਇਹ ਜ਼ਹਿਰ ਬਣਦੀ ਹੈ, ਜ਼ਹਿਰ ਬਣਨ ਤੋਂ ਭਾਵ ਕੀ ਹੁੰਦਾ ਹੈ? ਹੰਕਾਰ ਰੂਪ ਧਾਰਨ ਕਰ ਲੈਂਦੀ ਹੈ। ਕੋਈ ਵੀ ਇਨਸਾਨ ਹੈ, ਉਹ ਜਦੋਂ ਕਿਸੇ ਵੀ ਮਾਇਆ ਦਾ ਜਾਂ ਧਨ ਦਾ ਅਹੰਕਾਰ ਕਰਦਾ ਹੈ ਤੇ ਅਹੰਕਾਰ ਦੇ ਵਿੱਚ ਫਸ ਕੇ ਮਨੁੱਖ ਰੱਬ ਨੂੰ ਤਾਂ ਕੀ ਚੇਤੇ ਕਰਨਾ ਹੈ? ਜਿਹੜਾ ਸਾਹਮਣੇ ਸੰਸਾਰ, ਵਿਸ਼ਵ ਸੰਸਾਰ ਹੈ, ਇਹ ਹਰ ਕਾ ਰੂਪ ਹੈ, ਇਹ ਰੱਬ ਦਾ ਰੂਪ ਹੈ। ਜੇ ਕੋਈ ਕਵੇ ਮੈਂ ਨੂੰ ਪਾਉਣਾ ਹੈ, ਰੱਬ ਵੇਖਣਾ ਹੈ, ਅਕਾਲ ਪੁਰਖ ਪਰਮਾਤਮਾ ਵੇਖਣਾ ਹੈ, ਸਾਰੇ ਕਹਿੰਦੇ ਪਹਿਲਾਂ ਸੰਸਾਰ ਨੂੰ ਵੇਖ, ਇਹ ਹਰ ਕਾ ਰੂਪ ਹੈ, ਇਹ ਰੱਬ ਦਾ ਰੂਪ ਹੈ। ਫਿਰ ਇੱਥੇ ਨਫ਼ਰਤ ਨਾਲ ਤੂੰ ਰਹਿ ਰਿਹਾ ਹੈ, ਇੱਥੇ ਵਿਤਕਰੇ ਦੇ ਨਾਲ ਰਹਿ ਰਿਹਾ ਹੈ ਤੂੰ, ਇੱਥੇ ਤੇਰਾ ਵਿਤਕਰਾ ਪਾਇਆ ਹੋਇਆ ਤੂੰ। ਉਹ ਵਿਤਕਰਾ ਸਭ ਤੋਂ ਪਹਿਲਾਂ ਧਰਮ ਤੋਂ ਹੀ ਸ਼ੁਰੂ ਹੁੰਦਾ ਹੈ, ਧਰਮ ਤੋਂ। ਜੇ ਅਸੀਂ ਗੱਲ ਕਰੀਏ ਵੀ ਧਰਮ ਵਿਤਕਰੇ ਕਿਵੇਂ ਪਾਉਂਦਾ ਹੈ, ਅਸਲ ਦੇ ਵਿੱਚ ਜਿਹੜਾ ਨਾਮ ਹੈ ਉਹ ਇੱਕ ਵੱਖਰਾ ਹੈ, ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਸਾਂਝਾ ਹੈ। ਜਿਹੜੇ ਧਾਰਮਿਕ ਚਿੰਨ੍ਹ ਨੇ ਉਹ ਵੱਖਰੇ ਵੱਖਰੇ। ਜਿਹੜਾ ਸਰਬ ਸਾਂਝਾ ਨਾਮ ਹੈ ਉਹਦੇ ਤੇ ਕੋਈ ਝਗੜਾ ਨਹੀਂ, ਕੋਈ ਲੜਾਈ ਨਹੀਂ, ਕੋਈ ਈਰਖਾ ਨਹੀਂ, ਕੋਈ ਦਵੈਸ਼ ਨਹੀਂ। ਜਿਹੜੇ ਨੇ ਇਹਨਾਂ ਦੇ ਨਾਲ ਝਗੜਾ ਵੀ ਹੈ, ਉਹਨਾਂ ਦੀ ਬੇਅਦਬੀ ਵੀ ਹੁੰਦੀ ਹੈ, ਕੋਈ ਉਹਨੂੰ ਸੁੱਟ ਦਿੰਦਾ ਹੈ, ਕੋਈ ਕਿਤੇ ਉਹਨੂੰ ਸੁੱਟ ਦਿੰਦਾ ਹੈ। ਫਿਰ ਅਸੀਂ ਕਹਿ ਦਿੰਦੇ ਕਿ ਇਸ ਤਰ੍ਹਾਂ ਕਰਨ ਦੇ ਨਾਲ ਪਾਪ ਲੱਗਦਾ ਹੈ, ਇਹ ਕਰਾਂਗੇ ਤੇ ਸਾਨੂੰ ਪਾਪ ਲੱਗੇ। ਹੁਣ ਉਹਦੇ ਪਾਪ ਵਾਲਾ ਕਰਮ ਥੋੜਾ ਕੀਤਾ ਹੈ, ਉਹਦੇ ਲਈ ਧਰਮ ਇੱਕ ਧਰਮ ਵਾਲਾ ਕਰਮ ਸੀਗਾ, ਸਾਡਾ ਪਾਪ ਸੀਗਾ। ਸਾਨੂੰ ਇਹ ਲੱਗਾ ਵੀ ਨੇ ਇੱਕ ਇਹ ਜਿਹੜੇ ਧਾਰਮਿਕ ਚਿੰਨ੍ਹ ਨੇ ਇਹਨਾਂ ਦਾ ਅਪਮਾਨ ਕੀਤਾ, ਇਹਨਾਂ ਨੂੰ ਬੁਰਾ ਆਖਿਆ, ਉਹਦੇ ਲਈ ਕੀ ਪਤਾ ਕਰਮ ਨਹੀਂ ਸੀਗਾ ਜਿਹੜਾ ਸਾਨੂੰ ਪਾਪ ਲੱਗਦਾ ਹੈ। ਪਰ ਪਤਾ ਕਿਵੇਂ ਲੱਗੇ ਵੀ ਅਸੀਂ ਕੀ ਇਹੋ ਜਿਹਾ ਗਲਤ ਕਰ ਰਹੇ ਹਾਂ ਜਿਹਦੇ ਨਾਲ ਸਾਡੀ ਪਰਮਾਤਮਾ ਦੇ ਨਾਲੋਂ ਵਿਛੋੜਾ ਵਿਖਿਆ ਬਣ ਗਈ, ਮਾਇਆ ਜ਼ਹਿਰ ਬਣ ਗਈ। ਮਾਰੇ ਕਹਿੰਦੇ ਨੇ ਆਓ ਤੈਨੂੰ ਸਮਝਾਉਣੇ ਆ ਬਣ ਕਿਉਂ ਜ਼ਹਿਰ ਗਈ। ਇਹ ਜ਼ਹਿਰ ਕਰਕੇ ਬਣ ਗਈ ਕਿਉਂਕਿ ਤੂੰ ਅਕਾਲ ਪੁਰਖ ਪਰਮਾਤਮਾ ਜੀ ਨੂੰ ਭੁੱਲ ਗਿਆ, ਵਾਹਿਗੁਰੂ ਨੂੰ ਭੁੱਲ ਗਿਆ, ਨਿਰੰਕਾਰ ਨੂੰ ਭੁੱਲ ਗਿਆ। ਔਰ ਇਹਦੇ ਵਿੱਚ ਇਹੋ ਜਿਹਾ ਕਿ ਇਹ ਤੈਨੂੰ ਖਾ ਹੀ ਆਪਣੇ ਆਪ ਰਹੀ ਹੈ ਪਰ ਤੈਨੂੰ ਪਤਾ ਨਹੀਂ ਲੱਗਦਾ। ਜਿਸ ਨੂੰ ਬਾਣੀ ਕਹਿੰਦੀ ਹੈ ਕਿ ਮਾਇਆ ਹੋਈ ਨਾਗਣੀ ਜਗਤ ਰਹੀ ਲਪਾਏ, ਇਸ ਕੀ ਸੇਵਾ ਜੋ ਕਰੇ ਤਿਸ ਫਿਰ ਖਾਏ। ਇਹਨੂੰ ਨਾਗਣੀ ਪਹਿਲਾਂ ਕਿਉਂ ਕਿਹਾ ਗਿਆ? ਨਾਗਣ ਜਿਹਦੇ ਹੁੰਦੇ ਨੇ, ਸੋ ਕਹਿਣ ਵੀ ਨਾਗਣੀ ਕਿਉਂ? ਕਿਉਂਕਿ ਜਿਹੜਾ ਸੱਪ
ਸਪਣੀ ਹੈ ਨਾਗਣੀ, ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ, ਚਾਹੇ ਕਿਸੇ ਪ੍ਰਕਾਰ ਦੇ ਨਾਲ ਵੀ। ਜੇ ਅਸੀਂ ਬੱਚਿਆਂ ਨੂੰ ਜਨਮ ਸੱਪ ਦਾ ਅੰਡ ਦਿੰਦਾ ਹੈ, ਸੋ ਇਹ ਗੱਲ ਨਹੀਂ ਹੈਗੀ। ਬੱਚਿਆਂ ਦਾ ਜਨਮ ਆਪਾਂ ਬੱਚਿਆਂ ਤੇ ਗੱਲ ਲੈ ਕੇ ਕਹਿਣ ਲੱਗੇ ਉਹ ਜਦੋਂ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਤੇ ਉਸ ਤੋਂ ਬਾਅਦ ਉਹਨੇ ਇੱਕ ਬੁਲਾਵਾ, ਜਿਹਨੂੰ ਕਹਿੰਦੇ ਨੇ ਨਾਗਵਲ, ਉਹਨੇ ਇੱਕ ਬੁਲਾਵਾ ਬਲੇਟਾ ਮਾਰਿਆ ਹੁੰਦਾ, ਉਹਦੇ ਵਿੱਚ ਸਾਰੇ ਉਹਦੇ ਬੱਚੇ ਹੁੰਦੇ ਨੇ। ਸੋ ਕਹਿੰਦੇ ਵੀ ਜਦੋਂ ਉਹ ਬੱਚੇ ਜਨਮ ਲੈਂਦੇ ਨੇ ਤੇ ਇਹ ਆਪ ਉਹਨਾਂ ਨੂੰ ਖਾ ਜਾਂਦੀ ਹੈ, ਆਪ ਹੀ ਉਹਨਾਂ ਨੂੰ ਖਾ ਜਾਂਦੀ ਹੈ। ਤੇ ਕੋਈ ਬਿਰਲਾ ਹੀ ਉਹਦੇ ਵਿੱਚੋਂ ਬੱਚਾ ਜਿਹੜਾ ਹੁੰਦਾ ਹੈ ਉਹ ਕੁਚਲ ਕੁੱਦ ਕਰਕੇ ਤੇ ਉਹਦੇ ਵਿੱਚੋਂ ਬਚ ਕੇ ਨਿਕਲ ਜਾਂਦਾ ਹੈ, ਨਹੀਂ ਤਾਂ ਇਹ ਆਪਣੇ ਬੱਚਿਆਂ ਨੂੰ ਆਪ ਹੀ ਖਾ ਜਾਂਦੀ ਹੈ। ਤੋ ਇਸ ਕਰਕੇ ਇਹ ਮਾਇਆ ਹੈ। ਅਸੀਂ ਇਹਨੂੰ ਇਸ ਕਰਕੇ ਇਕੱਠੀ ਕਰਦੇ ਹਾਂ ਕਿ ਸ਼ਾਇਦ ਸਾਨੂੰ ਇਹਦੇ ਵਿੱਚੋਂ ਕੁਝ ਲਾਭ ਹੋਏਗਾ, ਇਹਦੇ ਵਿੱਚੋਂ ਕੁਝ ਲਾਭ ਮਿਲੇਗਾ। ਇਕੱਠਾ ਕਰਨਾ ਮਾੜੀ ਗੱਲ ਨਹੀਂ ਹੈ, ਇਹਨੂੰ ਕਮਾਉਣਾ ਮਾੜੀ ਗੱਲ ਨਹੀਂ ਹੈ। ਕਿ ਅਸੀਂ ਬਿਲਕੁਲ ਵੀ ਨਹੀਂ ਕਹਿ ਸਕਦੇ ਵੀ ਬੈਰਾਗੀ ਸਾਧੂ ਬਣ ਜਾਓ ਤੇ ਬੈਠੇ ਰਹੋ ਵੇਸਲੇ ਹੋ ਕੇ। ਸੋ ਇਸ ਤਰ੍ਹਾਂ ਨਹੀਂ ਹੈਗਾ, ਇਹਨੂੰ ਕਮਾਉਣਾ ਹੈ, ਇਕੱਠਿਆਂ ਵੀ ਕਰਨਾ ਹੈ। ਪਰ ਢੰਗ ਕਿਹੋ ਜਿਹਾ ਹੈ, ਅਸੀਂ ਕਮਾਉਣ ਦਾ ਢੰਗ ਕਿਹੋ ਜਿਹਾ ਸਾਡੇ ਕੋਲ, ਅਸੀਂ ਕਿਤਨਾ ਜਾਂ ਕਿਸੇ ਨੂੰ ਮਾਰ ਕੇ ਜਾਂ ਕਿਸੇ ਨੂੰ ਲੁੱਟ ਕੇ ਜਾਂ ਕਿਸੇ ਦਾ ਹੱਕ ਮਾਰ ਕੇ ਜੇ ਅਸੀਂ ਕਮਾਇਆ ਤੇ ਇਹ ਇੱਕ ਜ਼ਹਿਰ ਬਣ ਗਈ। ਪਰ ਜੇ ਅਸੀਂ ਆਪ ਕਮਾਇਆ ਉਹਦੇ ਉੱਪਰ ਮਹਾਰਾਜ ਕਹਿੰਦੇ ਨੇ ਤੇਰਾ ਹੱਕ ਹੈ, ਉਹ ਤੇਰੀ ਕਿਰਤ ਜਿਹੜੀ ਹੈ ਉਹ ਸੁੱਚੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਆਪ ਵੀ ਖੇਤੀ ਕਰਦੇ ਨੇ ਕਿਸ ਵਾਸਤੇ? ਉਹਨਾਂ ਨੇ ਪਰਿਵਾਰ ਨੂੰ ਪਾਲਣਾ ਹੈ, ਬਾਕੀ ਉਹਨਾਂ ਦੇ ਕੋਲ ਜੋ ਵੀ ਆਉਂਦਾ ਉਹਨਾਂ ਨੂੰ ਭੋਜਨ ਦੇਣਾ ਹੈ। ਫਿਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੁਕਾਨ ਕਰਦੇ ਰਹੇ ਨੇ, ਦੁਕਾਨ ਦਾ ਕੰਮ ਸੀ ਉਹਨਾਂ ਦੇ। ਸੋ ਪਰ ਜੇ ਕਿਰਤ ਮਾੜੀ ਹੁੰਦੀ ਤੇ ਫਿਰ ਮਹਾਰਾਜ ਕਿਰਤ ਛੱਡਣ ਵਾਸਤੇ ਕਹਿੰਦੇ। ਕਿਰਤ ਮਾੜੀ ਨਹੀਂ ਹੈਗੀ, ਜਦੋਂ ਕਿਰਤ ਦੇ ਵਿੱਚ ਕੰਮ ਕਰਮ ਜਿਹੜੇ ਨੇ ਉਹ ਮਾੜੇ ਹੋ ਜਾਣ, ਬੰਦਾ ਲਾਲਚੀ ਬਿਰਤੀ ਵਾਲਾ ਹੋ ਜਾਵੇ, ਥੋੜੇ ਸਮੇਂ ਦੇ ਵਿੱਚ ਵੱਧ ਜੋੜਨ ਦੀ ਇੱਛਾ ਰੱਖਦਾ ਹੋਵੇ, ਉਦੋਂ ਫਿਰ ਬੰਦਾ ਲਾਲਚ ਕਰ ਲੈਂਦਾ ਹੈ ਤੇ ਲਾਲਚੀ ਬਿਰਤੀ ਦੇ ਨਾਲ ਬੰਦਾ ਲੁੱਟ ਵੀ ਕਰਦਾ ਹੈ, ਦੂਜਿਆਂ ਨੂੰ ਮਾਰਦਾ ਵੀ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਵੇਖ ਇਹ ਤੇਰੇ ਨਾਲ ਥੋੜਾ ਜਾਏਗਾ, ਸਾਰਾ ਕੁਝ ਇੱਥੇ ਰਹਿ ਜਾਣਾ ਹੈ, ਇਹ ਨਾਲ ਨਹੀਂ ਜਾਣਾ। ਸਾਥ ਨਾ ਚੱਲੇ ਬਿਨ ਭਜਨ, ਬਿਨਾਂ ਰੱਬ ਦੀ ਬੰਦਗੀ ਤੋਂ ਇਹ ਤੇਰੇ ਨਾਲ ਨਹੀਂ ਜਾਣ ਵਾਲਾ। ਜੇ ਜਾਏਗਾ ਤੇ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ। ਸੋ ਇਸ ਕਰਕੇ ਸਤਿਗੁਰੂ ਜੀ ਸਾਨੂੰ ਦੱਸੋ, ਫਿਰ ਅਸੀਂ ਤਾਂ ਭੱਜੇ ਫਿਰਦੇ ਆਂ। ਤੇ ਮਹਾਰਾਜ ਕਹਿੰਦੇ ਨੇ ਵੇਖੋ ਜੇ ਤੂੰ ਭੱਜਾ ਫਿਰਦਾ ਹੈ ਤੇ ਤੇਰੀ ਹਾਲਤ ਉਸ ਹਿਰਨ ਦੇ ਵਰਗੀ ਹੈ ਜਿਹੜਾ ਆਪਣੀ ਹੀ ਪੇਟ ਦੇ ਵਿੱਚ ਪਈ ਹੋਈ ਖੁਸ਼ਬੂ ਨੂੰ ਨਹੀਂ ਜਾਣਦਾ ਤੇ ਉਸ ਖੁਸ਼ਬੂ ਨੂੰ ਲੱਭਣ ਵਾਸਤੇ ਭੱਜਾ ਫਿਰਦਾ ਹੈ। ਹਿਰਨ ਜਿਹੜਾ ਹੈ, ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਨਾ, ਕਹਿੰਦੇ ਤੇਰੀ ਹਾਲਤ ਉਸ ਹਿਰਨ ਦੇ ਵਰਗੀ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਜਿਵੇਂ ਕਸਤੂਰੀ ਮਿਰਗ ਜਿਹੜਾ, ਹਿਰਨ ਜਿਹੜਾ ਆਪਣੇ ਪੇਟ ਦੇ ਵਿੱਚ ਨਹੀਂ ਜਾਣਦਾ। ਕਹਿੰਦੇ ਨੇ ਹਵਾ ਚੱਲਦੀ ਹੈ, ਹਵਾ ਚੱਲਣ ਦੇ ਨਾਲ ਜਦੋਂ ਉਹਦੇ ਪੇਟ ਦੇ ਵਿੱਚੋਂ ਕਸਤੂਰੀ ਦੀ ਖੁਸ਼ਬੂ ਆਉਂਦੀ ਹੈ, ਉਹ ਖੁਸ਼ਬੂ ਨੂੰ ਪ੍ਰਾਪਤ ਕਰਨ ਵਾਸਤੇ, ਉਹਦੇ ਤੱਕ ਪਹੁੰਚਣ ਵਾਸਤੇ ਉਹਦੇ ਪਿੱਛੇ ਦੌੜਦਾ ਹੈ। ਪਰ ਉਹ ਇਹ ਨਹੀਂ ਜਾਣਦਾ ਵੀ ਉਹ ਖੁਸ਼ਬੂ ਮੇਰੇ ਪੇਟ ਦੇ ਵਿੱਚ ਹੀ ਹੈ। ਸੋ ਇਵੇਂ ਹੀ ਅਸੀਂ ਅਕਾਲ ਪੁਰਖ ਪਰਮਾਤਮਾ ਨੂੰ ਲੱਭਣ ਵਾਸਤੇ ਤੁਰੇ। ਅਸੀਂ ਲੱਭ ਲਈਏ ਪਰਮਾਤਮਾ ਜੀਆਂ ਨੂੰ, ਅਕਾਲ ਪੁਰਖ ਪਰਮਾਤਮਾ ਜੀਆਂ ਨੂੰ ਲੱਭ ਲਈਏ ਕਿ ਉਹ ਪਰਮਾਤਮਾ ਕਿੱਥੋਂ ਲੱਭੇਗਾ, ਕਿੱਥੋਂ ਪਰਮਾਤਮਾ ਸਾਨੂੰ ਪ੍ਰਾਪਤ ਹੋਏਗਾ। ਫਿਰ ਉਹਨੂੰ ਲੱਭਣ ਵਾਸਤੇ ਤੁਰੇ ਤੇ ਕਿਸੇ ਨੇ ਕੁਝ ਕਹਿ ਦਿੱਤਾ, ਕਿਸੇ ਨੇ ਕੁਝ ਕਹਿ ਦਿੱਤਾ, ਕਿਸੇ ਨੇ ਸਾਨੂੰ, ਹਰ ਇੱਕ ਧਰਮ ਦੇ ਆਗੂਆਂ ਨੇ ਕੁਝ ਨਾ ਕੁਝ ਨਵੀਂ ਗੱਲ ਦੱਸੀ ਤੇ ਅਸੀਂ ਇਹੋ ਜਿਹੇ ਕਸੂਤੇ ਫਸ ਗਏ ਕਿ ਸਾਨੂੰ ਸਮਝ ਨਹੀਂ ਆ ਰਿਹਾ ਕਿ ਧਰਮ ਅਸਲ ਗੱਲ ਕਹਿਣਾ ਕੀ ਚਾਹੁੰਦਾ ਹੈ, ਧਰਮ ਦੇ ਵਿੱਚੋਂ ਲੱਭਣਾ ਕੀ ਹੈ, ਧਰਮ ਕਿਹੜਾ ਚੰਗਾ ਹੈ ਕਿਹੜਾ ਮਾੜਾ ਹੈ, ਜਾਂ ਧਰਮ ਦੇ ਰਾਹੀਂ ਕਰਨਾ ਕੀ ਹੈ। ਨਹੀਂ ਪਤਾ ਲੱਗ ਰਿਹਾ ਸਾਨੂੰ ਅਜੇ ਤੱਕ ਕਿ ਅਸੀਂ ਕਰਨਾ ਕੀ ਹੈ, ਅਸੀਂ ਆਏ ਕੀ ਲੈਣ ਵਾਸਤੇ ਆ, ਕਿ ਕਿਸ ਵਾਸਤੇ ਅਸੀਂ ਧਾਰਮਿਕ ਕਰਮ ਕਰਨੇ ਨੇ, ਕੀ ਕਰਨਾ ਹੈ। ਸੋ ਇਸੇ ਕਰਕੇ ਅਸੀਂ ਕਰਮ ਕਰਨ ਲੱਗ ਪਏ। ਮਹਾਰਾਜ ਨੇ ਸਾਨੂੰ ਸਮਝਾਇਆ ਸੀ ਇਹ ਬਾਹਰਾ ਜਿਹੜਾ ਕਾਰੀ ਕਰਮ ਹੈ ਇਹਨੂੰ ਛੱਡ ਦੇ, ਇਸ ਨੂੰ ਤੂੰ ਬਿਲਕੁਲ ਛੱਡ ਦੇ, ਕੇਵਲ ਸ਼ਬਦ ਦੇ ਵਿੱਚ ਧਿਆਨ ਰੱਖ, ਸ਼ਬਦ ਦੇ ਵਿੱਚ ਧਿਆਨ ਲਾ, ਹੋ ਸਕਦਾ ਤੇਰਾ ਪਾਰ ਉਤਾਰਾ ਹੋ ਜਾਵੇ। ਸੋ ਇਵੇਂ ਹੀ
ਇੱਕ ਕਹਾਵਤ ਆਉਂਦੀ ਹੈ ਸੱਚੀ ਸਾਖੀ ਭਗਤਾਂ ਦੀ, ਤੇ ਭਗਤ ਜਿਹੜੇ ਨੇ ਉਹ ਵੰਡੇ ਨਹੀਂ ਹੁੰਦੇ। ਜਿਹੜੇ ਰੱਬ ਦੇ ਭਗਤ ਹੁੰਦੇ ਨੇ ਨਾ, ਉਹ ਵੰਡੇ ਨਹੀਂ ਹੁੰਦੇ। ਹੋ ਸਕਦਾ ਹੈ ਵੀ ਉਹਨੂੰ ਬਾਅਦ ਵਿੱਚ ਲੋਕਾਂ ਨੇ ਵੰਡ ਲਿਆ ਹੋਵੇ। ਕਿਉਂਕਿ ਇਵੇਂ ਹੁੰਦਾ ਨਾ ਕਿ ਜਦੋਂ ਪਤਾ ਲੱਗ ਗਿਆ ਵੀ ਅਸੀਂ ਉਸ ਧਰਮ ਦੇ ਵਿੱਚ ਆ, ਤੇ ਸ਼ਾਇਦ ਲੋਕ ਕਹਿ ਦਿੰਦੇ ਨੇ ਵੀ ਨਹੀਂ, ਉਹ ਜਿਹੜਾ ਧਾਰਮਿਕ ਲੋਕ ਸੀਗਾ ਨਾ, ਉਹ ਸਾਡੇ ਵਿੱਚ ਹੋਇਆ ਸੀਗਾ, ਸਾਡਾ ਆਗੂ ਸੀਗਾ, ਤੇ ਫਿਰ ਅਸੀਂ ਉਹਨਾਂ ਲੋਕਾਂ ਦੇ ਉੱਪਰ ਅਹਿਸਾਨ ਕਰਨ ਲੱਗ ਪੈਂਦੇ ਆ ਵੀ ਨਹੀਂ, ਤੁਹਾਡੇ ਵਾਸਤੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ, ਤੁਹਾਡੇ ਵਾਸਤੇ ਕਿਉਂ, ਸਾਡੇ ਵਾਸਤੇ ਵੀ ਕੀਤੀਆਂ ਨੇ। ਸੋ ਜਿਹੜਾ ਇੱਕ ਸ਼ਹੀਦ ਔਰ ਭਗਤ, ਇਹ ਵੰਡੇ ਹੋਏ ਨਹੀਂ ਹੁੰਦੇ, ਇਹ ਸਰਬ ਸਾਂਝੇ ਹੁੰਦੇ ਨੇ, ਇਹ ਵੰਡੇ ਹੋਏ ਨਹੀਂ ਹੁੰਦੇ। ਇਹਨਾਂ ਨੇ ਸੰਸਾਰ ਦੇ ਵਾਸਤੇ ਕੁਰਬਾਨੀ ਕੀਤੀ ਹੁੰਦੀ ਹੈ, ਸੰਸਾਰ ਦੇ ਵਾਸਤੇ ਕੁਝ ਨਾ ਕੁਝ ਰੱਬ ਦੇ ਕੋਲੋਂ ਮੰਗਿਆ ਹੁੰਦਾ ਤੇ ਸੰਸਾਰ ਨੂੰ ਅੱਗੇ ਵੰਡਿਆ ਹੁੰਦਾ ਹੈ। ਸੋ ਇਵੇਂ ਹੀ ਇੱਕ ਰਾਜਾ ਜਨਕ ਹੋਇਆ ਜੀ, ਉਹਨੇ ਵੀ ਕਿਹਾ, ਕਹਿੰਦਾ ਮੈਨੂੰ ਗੁਰੂ ਬਣਾਉਣਾ ਹੈ ਕੋਈ, ਮੈਨੂੰ ਗੁਰੂ ਚਾਹੀਦਾ ਕੋਈ, ਮੈਂ ਨਾ ਗੁਰੂ ਬਣਾਉਣਾ ਚਾਹੁੰਦਾ ਮੈਂ, ਤੇ ਕੋਈ ਸੰਸਾਰ ਦੇ ਵਿੱਚੋਂ ਹੋਵੇ ਜਿਹੜਾ ਮੈਨੂੰ ਇੱਕ ਖਿੰਨ ਦੇ ਵਿੱਚ ਮੈਨੂੰ ਗਿਆਨ ਬਖਸ਼ ਦੇਵੇ, ਮੈਂ ਉਸ ਨੂੰ ਆਪਣਾ ਗੁਰੂ ਬਣਾ ਲਵਾਂਗਾ, ਤੇ ਜੋ ਉਹ ਮੰਗੇਗਾ ਮੈਂ ਉਹਨੂੰ ਦੇ ਦੇਵਾਂਗਾ, ਜੋ ਉਹ ਮੰਗੇਗਾ। ਸੋ ਇਸਨੇ ਇਸ ਤਰ੍ਹਾਂ ਕੀਤਾ, ਤੇ ਬੜੇ ਰਿਸ਼ੀਆਂ ਮੁਨੀਆਂ ਨੂੰ ਬੁਲਾਇਆ, ਸੱਦਿਆ, ਕਿਉਂਕਿ ਰਾਜਾ ਸੀਗਾ। ਬੜੇ ਰਿਸ਼ੀ ਆਇਆ ਕਰਨੇ, ਬੜੇ ਇਹਦੇ ਕੋਲ ਤਨੰਤਰ ਵੈਦ ਆਉਣੇ, ਰਿਸ਼ੀ ਮੁਨੀ ਸਾਧੂ ਬੜੇ ਆਉਣੇ, ਪਰ ਇਹਨੇ ਇੱਕ ਖਾਸ ਜਿਹੜਾ ਸੀ ਜਗ੍ਹਾ ਬਣਾਈ, ਤਖਤ ਕਹਿ ਲੋ, ਖਾਸ ਜਗ੍ਹਾ ਬਣਾਈ, ਥੜਾ। ਕਹਿੰਦੇ ਵੀ ਇਹਦੇ ਉੱਪਰ ਬੈਠੇ ਉਹੀ ਜਾ ਕੇ ਜਿਹੜਾ ਮੈਨੂੰ ਇੱਕ ਛਿੰਨ ਦੇ ਵਿੱਚ ਗਿਆਨ ਦੇ ਸਕਦਾ ਹੈ, ਨਿਮਖ ਦੇ ਵਿੱਚ ਗਿਆਨ ਦੇ ਦੇਵੇ, ਉਹੀ ਜਾ ਕੇ ਬੈਠੇ, ਉਹ ਚਾਹੇ ਜੋ ਮਰਜ਼ੀ ਮੰਗ ਲਵੇ, ਭਾਵੇਂ ਮੇਰਾ ਰਾਜ ਹੀ ਮੰਗ ਲਵੇ, ਮੈਂ ਉਹਨੂੰ ਦੇ ਦੇਵਾਂਗਾ, ਚਾਹੇ ਕੋਈ ਵੀ। ਤੋ ਕਹਿੰਦੇ ਬੜੇ ਰਿਸ਼ੀ ਆਏ, ਬੜੇ ਸਾਧੂ ਆਏ, ਉਹਨਾਂ ਨੂੰ ਆਣ ਕੇ ਇੱਥੇ ਜਦੋਂ ਬੈਠੇ, ਭੋਜਨ ਛਕਾਇਆ, ਭੋਜਨ ਛਕਾ ਕੇ ਤੇ ਫਿਰ ਆਖਿਆ ਜੀ ਗਿਆਨ ਦਓ, ਜਿਹੜਾ ਗਿਆਨ ਬਖਸ਼ਿਸ਼ ਕਰੇਗਾ ਉਹੀ ਇੱਥੇ ਜਾ ਕੇ ਬੈਠੇ, ਨਹੀਂ ਤਾਂ ਇੱਥੇ ਬੈਠਾ ਰਵੇ। ਜਦੋਂ ਰਾਜੇ ਨੇ ਇਸ ਤਰ੍ਹਾਂ ਆਖਿਆ ਤੇ ਕੋਈ ਵੀ ਨਾ ਉੱਠਿਆ। ਫਿਰ ਰਾਜਾ ਜਨਕ ਕਹਿੰਦਾ ਹੈ ਵੀ ਕੀ ਗੱਲ, ਤੁਹਾਡੇ ਵਿੱਚੋਂ ਕੋਈ ਵੀ ਨਹੀਂ ਹੈਗਾ? ਤੁਹਾਡੇ ਵਿੱਚੋਂ ਆ ਸਾਰੇ ਪ੍ਰਸ਼ਾਦਾ ਛਕਣ ਵਾਲੇ ਹੀ ਸੀਗੇ, ਤੁਹਾਡੇ ਵਿੱਚੋਂ ਕੋਈ ਵੀ ਨਹੀਂ ਹੈਗਾ ਜਿਹੜਾ ਮੈਨੂੰ ਰੱਬ ਨਾਲ ਮਿਲਾ ਸਕੇ, ਜਿਹੜਾ ਮੇਰਾ ਗੁਰੂ ਬਣ ਸਕੇ। ਮੈਂ ਗੁਰੂ ਧਾਰਨ ਕਰਨਾ ਹੈ, ਮੈਂ ਨਿਗੁਰਾ ਨਹੀਂ ਜਾਣਾ ਚਾਹੁੰਦਾ ਸੰਸਾਰ ਦੇ ਵਿੱਚੋਂ, ਤੁਹਾਡੇ ਵਿੱਚੋਂ ਕੋਈ ਵੀ ਨਹੀਂ ਹੈਗਾ। ਆ ਤੁਸੀਂ ਕੱਲਾ ਭੇਖ ਹੀ ਪਾਇਆ ਹੋਇਆ ਹੈ। ਜਦੋਂ ਇਹਨੇ ਗੁੱਸੇ ਭਰੇ ਬੋਲ ਆਖੇ ਤੇ ਭਗਤ ਜਿਹੜੇ ਨੇ ਨਾ, ਉਹ ਛੇਤੀ ਕੀਤੇ, ਕਿਤੇ ਵੀ ਗੁਰਬਾਣੀ ਨੂੰ ਪੜ੍ਹ ਕੇ ਵੇਖੋ, ਉਹ ਬਿਲਕੁਲ ਆਰਾਮ ਨਾਲ ਬੈਠੇ ਹੁੰਦੇ ਨੇ, ਕੁਛ ਨਹੀਂ ਕਿਸੇ ਨੂੰ ਮਾੜਾ ਕਹਿੰਦੇ। ਪਰ ਜਦੋਂ ਗੱਲ ਰੱਬੀ ਹੋਂਦ ਦੀ ਆਵੇ ਵੀ ਰੱਬ ਹੈ ਨਹੀਂ, ਤੁਹਾਡਾ ਰੱਬ ਹੈਗਾ ਨਹੀਂ, ਫਿਰ ਉਹ ਦੱਸਦੇ ਵੀ ਹਾਂ ਹੈਗਾ ਹੈ, ਤੁਹਾਨੂੰ ਦੱਸਦੇ ਆ ਕਿਵੇਂ ਰੱਬ ਪ੍ਰਗਟ ਕਰੀਦਾ, ਕਿਵੇਂ ਰੱਬ ਸਾਹਮਣੇ ਰੱਖੀਦਾ ਹੈ। ਫਿਰ ਉਹ ਦੱਸਦੇ ਨੇ ਵੀ ਹਾਂ ਹੈਗਾ ਸਾਡੇ ਕੋਲ ਰੱਬ, ਪਰ ਛੇਤੀ ਕਿਤਿਆਂ ਦਿਖਾਉਂਦੇ ਨਹੀਂ ਆਪਣੇ ਆਪ ਨੂੰ। ਸੋ ਉਹਨਾਂ ਦੇ ਵਿੱਚੋਂ ਇੱਕ ਕਹਿੰਦੇ ਨੇ ਵੀ ਮੰਦੇ ਜਿਹੇ ਉਹਨੇ ਕੱਪੜੇ ਪਾਏ ਹੋਏ, ਸੂਰਤ ਵੀ ਕੋਈ ਸੋਹਣੀ ਨਹੀਂ ਸੀਗੀ, ਕੋਈ ਸੋਹਣਾ ਸਰੀਰ ਨਹੀਂ ਸੀਗਾ, ਅਸ਼ਟਾਵਕਰ, ਇਸ ਕਰਕੇ ਕਿ ਉਹਦੀਆਂ ਲੱਤਾਂ ਜਿਹੜੀਆਂ ਸਨ ਉਹ ਟੇਢੀਆਂ ਸਨ, ਤਾਂ ਉਹਨੂੰ 8 ਅੰਗਾਂ ਵਾਲਾ ਕਹਿ ਦਿੱਤਾ। ਕਵੀਆਂ ਨੇ ਕਿਹਾ ਵੀ 8 ਅੰਗਾਂ ਵਾਲਾ, ਸਰੀਰ ਸਹੀ ਨਹੀਂ ਸੀਗਾ, ਬਿੰਗਾ ਟੇਢਾ ਸੀਗਾ। ਤੇ ਹੋ ਸਕਦਾ ਹੈ ਵੀ ਇਹ ਨਾਮ ਕਿਸੇ ਨੇ ਮਖੌਲ 'ਚ ਰੱਖਿਆ ਹੋਵੇ, ਕਿਸੇ ਨੇ ਇਹ ਨਾਮ ਉਹਦਾ ਮਜ਼ਾਕ ਦੇ ਵਿੱਚ ਰੱਖਿਆ ਹੋਵੇ, 8 ਅੰਗਾਂ ਵਾਲਾ। ਇਹਦੇ ਅੰਗ ਵਿੰਗੇ ਟੇਢੇ ਤੇ ਐਂ ਲੱਗਦਾ ਵੀ 8 ਅੰਗ ਨੇ, ਭਾਵ ਕਿ ਸਰੀਰ ਦੇ ਅੰਗ ਜਿਹੜੇ ਡਬਲ ਨੇ, ਇਵੇਂ ਹੁੰਦਾ ਨਾ। ਸੋ ਉਹ ਅਸ਼ਟਾਵਕਰ ਜਦੋਂ ਗਿਆ ਤੇ ਸਾਰੇ ਰਿਸ਼ੀ ਕੁਝ ਸਾਹਮਣੇ ਹੱਸ ਪਏ ਤੇ ਕੁਝ ਮਨ 'ਚ ਵੀ ਹੱਸ ਪਏ, ਕਿਉਂਕਿ ਸਾਨੂੰ ਇਉਂ ਲੱਗਦਾ ਨਾ ਵੀ ਜਿੰਨੇ ਚਿੱਟੇ ਕੱਪੜੇ ਉਹਨਾਂ ਵੱਡਾ ਇਹ ਸਾਧੂ, ਜਿੰਨੇ ਜ਼ਿਆਦਾ ਚਿੱਟੇ ਕੱਪੜੇ ਨੇ ਉਹਨਾਂ ਵੱਡਾ ਇਹ ਸਾਧੂ ਹੋਏਗਾ। ਅੰਦਰ ਸਾਨੂੰ ਵੀ ਨਹੀਂ ਪਤਾ ਵੀ ਉਹਦਾ ਕਿਹੋ ਜਿਹਾ ਹੋਏਗਾ। ਇਵੇਂ ਹੁੰਦਾ ਵਾ ਸੰਸਾਰ ਦੇ ਵਿੱਚ ਕਿ ਜਦੋਂ ਵੀ ਸੰਸਾਰ ਦੇ ਵਿੱਚ ਰਹਿਣਾ ਹੈ, ਜਿਵੇਂ ਬਾਬਾ ਰਵਿਦਾਸ ਜੀ ਕਹਿੰਦੇ ਨੇ
ਕਹਿੰਦੇ ਮਹਾਰਾਜ ਜਾ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ, ਜਿਹਦੇ ਪਰਛਾਵੇਂ ਤੋਂ ਲੋਕ ਡਰਦੇ ਨੇ ਨਾ, ਜਾਂ ਜਿਹਦੇ ਕੋਲ ਬੈਠਣ ਤੋਂ ਲੋਕ ਕਹਿੰਦੇ ਨੇ ਮੇਰਾ ਧਰਮ ਭ੍ਰਿਸ਼ਟ ਹੋ ਜਾਏਗਾ, ਜਾਂ ਇਹਦਾ ਪਰਛਾਵਾਂ ਪੈ ਗਿਆ, ਜਾਂ ਇਹਦੇ ਲਾਗੇ ਬਹਿ ਗਿਆ ਮੈਂ ਤਾਂ ਮੇਰਾ ਤਾਂ ਜਨਮ ਭ੍ਰਿਸ਼ਟ ਹੋ ਜਾਏਗਾ। ਜਿਨ੍ਹਾਂ ਨੂੰ ਲੋਕ ਨੀਵੇਂ ਕਹਿੰਦੇ ਸੀ, ਨੀਚ ਆਖਦੇ ਸੀਗੇ, ਛੂਦਰ ਆਖਦੇ ਸੀਗੇ, ਇਵੇਂ ਕਹਿੰਦੇ ਨੇ ਜਾ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ, ਉਹਦੇ ਉੱਪਰ ਤੇਰੀ ਦਇਆ ਹੁੰਦੀ ਹੈ। ਨਾਲ ਹੀ ਕਹਦੇ ਤਾਂ ਨੀਚਾ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਉਹਨੂੰ ਕਿਸੇ ਦੀ ਮੁਤਾਜੀ ਥੋੜੀ ਹੈ ਵੀ ਅਕਾਲ ਪੁਰਖ ਪਰਮਾਤਮਾ ਕੱਪੜੇ ਵੇਖੇਗਾ ਜਾਂ ਇਹ ਵੇਖੇਗਾ ਕਿ ਬੜਾ ਬਲੀ ਰਾਜਾ ਹੈ, ਬੜਾ ਯੋਧਾ ਹੈ, ਬੜੇ ਇਹਦੇ ਘਰ ਦੇ ਵਿੱਚ ਪਕਵਾਨ ਨੇ ਜਾਂ ਬੜੇ ਘੋੜੇ ਹਾਥੀ ਰੱਖੇ ਹੋਏ ਨੇ। ਉਸ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੈ। ਉਸ ਨੂੰ ਸਿਰਫ ਮਤਲਬ ਹੈ ਭਾਵਨਾ ਦੇ ਨਾਲ ਕਿ ਬੰਦੇ ਦੀ ਅੰਦਰ ਦੀ ਬਿਰਤੀ ਕਿਹੋ ਜੀ ਹੈ। ਉਹ ਜਦੋਂ ਅਸ਼ਟਾਵਕਰ ਸਾਹਮਣੇ ਆਇਆ ਤੇ ਉਹਦਾ ਸਰੀਰ ਵੇਖਿਆ, ਕੱਪੜੇ ਵੀ ਕੋਈ ਢੰਗ ਦੇ ਨਹੀਂ ਸਨ। ਉਹ ਆਣ ਕੇ ਉਸ ਖਾਸ ਜਗ੍ਹਾ ਦੇ ਉੱਪਰ, ਤਖਤ ਦੇ ਉੱਪਰ ਆਣ ਕੇ ਬੈਠ ਜਾਂਦਾ ਹੈ। ਰਾਜਾ ਜਨਕ ਕਹਿੰਦਾ ਹੈ ਤੁਸੀਂ ਮੈਨੂੰ ਆਪਣਾ ਚੇਲਾ ਬਣਾਵੋਗੇ, ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ। ਉਹ ਕਹਿੰਦੇ ਮੇਰੇ ਕੁਝ ਸਵਾਲਾਂ ਦਾ ਤੂੰ ਜਵਾਬ ਦੇ ਦੇਵੇ, ਜੇ ਇਹਨਾਂ ਵਿੱਚੋਂ ਪਾਸ ਹੋ ਗਿਆ ਤਾਂ ਤੈਨੂੰ ਮੈਂ ਆਪਣਾ ਚੇਲਾ ਬਣਾ ਲਵਾਂਗਾ। ਹੁਣ ਸਾਰੇ ਹੈਰਾਨ ਹੋ ਗਏ ਵੀ ਇੱਕ ਆਮ ਜਿਹਾ ਜਿਹਦਾ ਕੋਈ ਸ਼ਕਲ ਸੋਹਣੀ ਨਹੀਂ ਹੈ ਜਾਂ ਕੋਈ ਸਰੀਰ ਵੀ ਸੋਹਣਾ ਨਹੀਂ ਹੈ, ਉਹ ਰਾਜੇ ਜਨਕ ਨੂੰ ਕਹਿ ਰਿਹਾ ਮੈਂ ਤੇਰਾ ਗੁਰੂ ਬਣਨਾ ਚਾਹੁੰਦਾ ਹਾਂ। ਕਹਿੰਦੇ ਰਾਜ ਭਾਗ ਦੇ ਵਿੱਚ ਕੀ ਹੈ? ਕਹਿੰਦੇ ਸਾਰਾ ਕੁਝ। ਕਹਿੰਦੇ ਮੈਨੂੰ ਦੇ ਦਿਓ। ਕਹਿੰਦੇ ਠੀਕ ਹੈ ਤੁਸੀਂ ਰੱਖ ਲਓ। ਕਹਿੰਦੇ ਹੋਰ ਕੀ ਹੈ? ਕਹਿੰਦੇ ਘੋੜੇ ਨੇ, ਹਾਥੀ ਨੇ, ਤੇ ਕਹਿੰਦੇ ਮੈਨੂੰ ਦੇ ਦਿਓ। ਕਹਿੰਦੇ ਠੀਕ ਹੈ ਤੁਸੀਂ ਰੱਖ ਲਿਓ, ਪਰ ਕਦੋਂ? ਜਦੋਂ ਮੈਂ ਗੁਰੂ ਧਾਰਨ ਕਰ ਲਵਾਂਗਾ, ਤੁਹਾਨੂੰ ਮੈਂ ਮੰਨ ਜਾਵਾਂਗਾ ਵੀ ਹਾਂ ਤੁਸੀਂ ਮੇਰੇ ਗੁਰੂ ਹੋ। ਕਹਿੰਦੇ ਮੈਨੂੰ ਦੇ ਦਿਓ। ਕਹਿੰਦੇ ਠੀਕ ਹੈ। ਬਾਅਦ ਵਿੱਚ ਉਹ ਕਹਿੰਦਾ ਸੀ ਵੀ ਜਦੋਂ ਮੈਂ ਘੋੜੇ ਤੇ ਸਵਾਰ ਹੋਵਾਂ ਨਾ, ਇੰਨੇ ਦੇ ਵਿੱਚ ਮੈਨੂੰ ਗਿਆਨ ਮਿਲ ਜਾਣਾ ਚਾਹੀਦਾ ਹੈ। ਫਿਰ ਉਹ ਕਹਿੰਦੇ ਵੀ ਆ ਸਰੀਰ, ਇਹ ਵੀ ਕਹਿੰਦੇ ਰਾਜਾ ਤੂੰ ਵੀ ਮੈਨੂੰ ਮੇਰੇ ਕੋਲ ਆ ਜਾ, ਤੇ ਕਹਿੰਦੇ ਵੀ ਆ ਜਿਹੜਾ ਤੇਰਾ ਮਨ ਹੈ ਨਾ, ਇਹਦੇ ਵਿਚਲਾ ਖਿਆਲ ਜਿਹੜਾ ਉਹ ਵੀ ਮੈਨੂੰ ਦੇ ਦੇ, ਜਿਹੜਾ ਤੇਰਾ ਮਨ ਹੈ ਉਹ ਵੀ ਮੈਨੂੰ ਦੇ ਦੇ। ਜੇ ਤੂੰ ਮੇਰੀਆਂ ਗੱਲਾਂ ਨਹੀਂ ਮੰਨੀਆਂ ਤਾਂ ਫਿਰ ਮੈਂ ਤੈਨੂੰ ਆਪਣਾ ਚੇਲਾ ਨਹੀਂ ਬਣਾਵਾਂਗਾ। ਸੋ ਕਹਿੰਦੇ ਨੇ ਘੋੜੇ ਦੀ ਰਕਾਬ ਦੇ ਵਿੱਚ ਪੈਰ ਰੱਖਿਆ, ਅਸਵਾਰ ਹੋ ਗਿਆ। ਘੋੜੇ ਤੇ ਜਦੋਂ ਅਸਵਾਰ ਹੋਇਆ ਤੇ ਹੁਣ ਉਹ ਬਿਲਕੁਲ ਅਡੋਲ ਬੈਠਾ ਹੋਇਆ ਹੈ, ਨਾ ਅੱਗੇ ਵੱਧ ਰਿਹਾ, ਨਾ ਘੋੜੇ ਨੂੰ ਤੋਰ ਰਿਹਾ, ਨਾ ਕੁਝ ਬੋਲ ਰਿਹਾ ਹੈ। ਤੇ ਮਨ ਦੇ ਵਿੱਚ ਇਹ ਸੋਚਦਾ ਵੀ ਜੇ ਮੈਂ ਫੁਰਨਾ ਬਣਾਇਆ ਮੈਨੂੰ ਪਾਪ ਲੱਗੇਗਾ, ਤੇ ਜੇ ਮਨ ਦੇ ਵਿੱਚ ਹੀ ਮੈਂ ਕੁਝ ਚਿਤਵਿਆ ਤੇ ਫਿਰ ਮੇਰੇ ਗੁਰੂ ਦੇ ਜਿਹੜਾ ਹੈ ਵਿਰੁੱਧ ਹੋਏਗਾ। ਇਸ ਕਰਕੇ ਅਸ਼ਟਾਵਕਰ ਕਹਿੰਦਾ ਵੀ ਹੁਣ ਦੱਸ ਤੇਰੇ ਕੋਲ ਕੀ ਹੈਗਾ ਹੈ? ਉਹ ਕਹਿੰਦਾ ਮੇਰੇ ਕੋਲ ਕੁਝ ਵੀ ਨਹੀਂ ਰਹਿ ਗਿਆ ਹੁਣ। ਕਹਿੰਦੇ ਕਿਵੇਂ? ਕਹਿੰਦੇ ਤੁਸੀਂ ਮਨ ਵੀ ਜਿਹੜਾ ਮੇਰਾ ਉਹ ਵੀ ਤੁਸੀਂ ਲੈ ਲਿਆ, ਮੇਰੇ ਉਪਜਣ ਵਾਲੇ ਖਿਆਲ ਉਹ ਵੀ ਤੁਸੀਂ ਲੈ ਲਏ ਹਨ, ਉਹ ਵੀ ਤੁਸੀਂ ਰੱਖ ਲਏ, ਹੁਣ ਮੇਰੇ ਕੋਲ ਕੀ ਰਹਿ ਗਿਆ? ਕਹਿੰਦੇ ਬਸ ਇਹੀ ਗੱਲ ਤੈਨੂੰ ਸਮਝਾਉਣੀ ਚਾਹੁੰਦਾ। ਇੱਥੇ ਸੰਸਾਰ ਦੇ ਵਿੱਚ ਤੇਰਾ ਕੋਈ ਨਹੀਂ ਹੈਗਾ, ਸੰਸਾਰ ਦੇ ਵਿੱਚ ਕੁਝ ਵੀ ਨਹੀਂ ਤੇਰਾ ਹੈਗਾ। ਜੇ ਤੂੰ ਸੱਚਮੁੱਚ ਹੀ ਗੁਰੂ ਬਣਾਉਣਾ ਹੈ, ਫਿਰ ਉਸ ਰਾਜਾ ਜਨਕ ਨੇ ਅਸ਼ਟਾਵਕਰ ਦੇ ਚਰਨ ਫੜੇ। ਫਿਰ ਉਹ ਕਹਿੰਦਾ ਵੀ ਗੱਲ ਸਮਝ ਲੱਗ ਗਈ ਮੈਨੂੰ, ਹੁਣ ਮੈਂ ਤੁਹਾਨੂੰ ਆਪਣਾ ਗੁਰੂ ਮੰਨਦਾ ਵਾਂ, ਮੈਂ ਆਪਣਾ ਗੁਰੂ ਤੁਹਾਨੂੰ ਮੰਨਦਾ ਵਾਂ। ਉਸ ਦਿਨ ਤੋਂ ਉਹ ਅਸ਼ਟਾਵਕਰ ਜਿਹੜਾ ਹੈ ਉਹ ਰਾਜਾ ਜਨਕ ਦਾ ਗੁਰੂ ਬਣਿਆ। ਇਵੇਂ ਹੀ ਸੰਸਾਰ ਦੇ ਵਿੱਚ ਜਦੋਂ ਵੀ ਅਸੀਂ ਗੁਰੂ ਬਣਾਉਣ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਪੁੱਛਦੇ ਹਾਂ ਮਹਾਰਾਜ ਦੇ ਕੋਲ ਜਾ ਕੇ, ਮਹਾਰਾਜ ਕਰਨਾ ਕੀ ਪਵੇਗਾ? ਰੱਬ ਜੀ ਸਾਨੂੰ ਕਰਨਾ ਕੀ ਪਵੇਗਾ? ਸਤਿਗੁਰੂ ਜੀ ਫਿਰ ਸਮਝਾਉਂਦੇ ਨੇ, ਕਹਿੰਦੇ ਨੇਤਰਾਂ ਨਾਲ ਇਹਨਾਂ ਲੋਕਾਂ ਨੂੰ ਰੱਬ ਵਾਂਗੂ ਵੇਖ ਲਏਗਾ, ਇਹਨਾਂ ਲੋਕਾਂ ਨੂੰ ਰੱਬ ਵਾਂਗੂ ਵੇਖ ਲਏਗਾ, ਸੰਸਾਰ ਦੇ ਲੋਕਾਂ ਨੂੰ ਹਾਰ ਜਾਵਾਂਗੇ, ਫਿਰ ਅਸੀਂ ਜਿੱਤ ਨਹੀਂ ਪਾਵਾਂਗੇ। ਕਿਉਂ? ਅਸੀਂ ਕਿਵੇਂ ਰੱਬ ਵਾਂਗੂ ਵੇਖ ਸਕਦੇ ਹਾਂ? ਚਲੋ ਵੇਖਣ ਦਾ ਯਤਨ ਵੀ ਕਰਾਂਗੇ, ਪਰ ਵੇਖਾਂਗੇ ਕਿਹਨਾਂ ਨੂੰ? ਅਹੁਦਿਆਂ ਵਾਲਿਆਂ ਨੂੰ। ਚੰਗੀ ਜਿਹੜੀ ਪਾਰਟੀ ਹੋਏਗੀ ਜਾਂ ਚੰਗਾ ਘਰ ਹੋਏਗਾ, ਜੇ ਅਸੀਂ ਰਿਕਸ਼ੇ ਵਾਲੇ ਨੂੰ, ਜਾਂ ਬਿਲਕੁਲ ਜਿਹੜਾ ਜਾਂ ਚਮੜੇ ਦਾ ਕੰਮ ਕਰਦਾ ਹੋਏਗਾ, ਜਾਂ ਗਲੀਆਂ ਨਾਲੀਆਂ ਸਾਫ਼ ਕਰਦਾ ਹੋਏਗਾ, ਉਹਦੇ ਵਿੱਚੋਂ ਰੱਬ ਸਾਨੂੰ ਨਹੀਂ ਦਿਸੇਗਾ।
नहीं दिस पाएगा। फिर फर्क पै गया ना। फिर पर सानू रब वेखना ਉਹਦੇ ਵਿੱਚੋਂ ਵੀ ਪਏਗਾ। ਇਸੇ ਕਰਕੇ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਗੁਰੂ ਕਹਿੰਦਾ ਹੈ ਵੀ ਸਾਰੇ ਸੰਸਾਰ ਨੂੰ ਰੱਬ ਦਾ ਰੂਪ ਸਮਝ। ਅਸੀਂ ਤਾਂ ਲੜਾਈ ਪਾ ਕੇ ਬੈਠੇ ਆ। ਫਿਰ ਕੰਨਾਂ ਦੇ ਨਾਲ ਕਿਸੇ ਦੀ ਚੁਗਲੀ ਨਹੀਂ ਸੁਣਨੀ। ਸਾਡੇ ਤੋਂ ਰਿਹਾ ਨਹੀਂ ਜਾਂਦਾ। ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਸੱਚ ਸੁਣਨ ਵਾਸਤੇ ਸੰਸਾਰ ਦੇ ਵਿੱਚ ਆਏ ਆ। ਪਰ ਜੇ ਕੋਈ ਸਾਨੂੰ ਸੱਚਮੁੱਚ ਹੀ ਕਹਿ ਦਈਏ, ਕਹਿ ਦਵੇ, ਸੱਚੀ ਗੱਲ ਕਹਿ ਦਵੇ ਵੀ ਤੁਸੀਂ ਗੁਰੂ ਗੁਰੂ ਤਾਂ ਕਰਦੇ ਹੋ, ਗੁਰੂ ਗੁਰੂ ਤਾਂ ਕਰਦੇ ਹੋ। ਅੱਜ ਦਾ ਸਿੱਖ ਜਿਹੜਾ ਉਹ ਕਹਿੰਦਾ ਮੇਰਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਸਾਡਾ ਗੁਰੂ ਹੈ। ਸਾਡਾ ਗੁਰੂ ਕਿਉਂ? ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਹੈ। ਸਾਡਾ ਗੁਰੂ ਹੈ ਪਰ ਸਾਰਿਆਂ ਦਾ ਗੁਰੂ ਹੈ। ਜੇ ਤੁਹਾਡਾ ਗੁਰੂ ਹੁੰਦਾ, ਸੱਚਮੁੱਚ ਹੀ ਤੁਸੀਂ ਆਪਣੇ ਗੁਰੂ ਨੂੰ ਮੰਨਦੇ ਹੁੰਦੇ, ਤੇ ਫਿਰ ਕਦੀ ਵੀ ਇਹੋ ਜਿਹੇ ਕਰਮ ਨਹੀਂ ਕਰਦੇ, ਹੱਕ ਨਾ ਜਤਾਉਂਦੇ ਵੀ ਨਹੀਂ ਇਹ ਗੁਰਦੁਆਰੇ ਦਾ ਉੱਤੇ ਮੇਰਾ ਅਧਿਕਾਰ ਹੈ, ਇਸ ਗੁਰਦੁਆਰੇ ਦੀ ਇਮਾਰਤ ਦੇ ਉੱਤੇ ਮੇਰਾ ਅਧਿਕਾਰ ਹੈ। ਅਧਿਕਾਰ ਕਿਉਂ ਹੈ? ਕਿਉਂ? ਗੁਰੂ ਗ੍ਰੰਥ ਸਾਹਿਬ ਸਾਡਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਲੈਣਾ ਹੈ, ਉਦੋਂ ਲੋਕਾਂ ਨੂੰ ਸੁਣਾ ਦਿਓ। ਉਹਨਾਂ ਨੂੰ ਕਹਿ ਦਿਓ ਨਹੀਂ ਤੁਸੀਂ ਕਾਮ ਕ੍ਰੋਧ ਅਹੰਕਾਰ ਲੋਭ ਮਾਇਆ ਕਰਦੇ ਹੋ। ਜਦੋਂ ਸਿੱਖ ਦੀ ਗੱਲ ਆ ਜਾਵੇ ਉਦੋਂ ਕਹਿ ਦਿੰਦੇ ਨਹੀਂ ਜੀ ਅਜੇ ਤੱਕ ਸਾਡੇ ਕੋਲ ਸਮਾਂ ਨਹੀਂ ਨਿਕਲ ਪਾ ਰਿਹਾ ਕਿ ਅਸੀਂ ਮਹਾਰਾਜ ਦੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਅਰਥ ਵਿਚਾਰ ਕਰ ਸਕੀਏ, ਸਾਡੇ ਕੋਲ ਸਮਾਂ ਨਹੀਂ ਨਿਕਲ ਰਿਹਾ ਜੇ। ਫਿਰ ਗਲਤ ਕੌਣ ਹੋ ਗਿਆ? ਅਧਿਕਾਰ ਅਸੀਂ ਇਮਾਰਤ ਦਾ ਕੀਤਾ, ਅਧਿਕਾਰ ਅਸੀਂ ਉਸ ਇਲਾਕੇ ਦਾ ਉੱਤੇ ਬਣਾ ਲਿਆ। ਪਰ ਜਦੋਂ ਜਪਜੀ ਸਾਹਿਬ ਦੀ ਗੱਲ ਆਈ ਉਦੋਂ ਆਖਿਆ ਤੁਸੀਂ ਜਪਦੇ ਨਹੀਂ ਜੋ। ਜਦੋਂ ਆਖਿਆ ਬਾਬਾ ਜੀ ਤੁਹਾਨੂੰ ਆਉਂਦਾ ਹੈ, ਨਹੀਂ ਸਾਡੇ ਕੋਲ ਸਮਾਂ ਨਹੀਂ ਹੈਗਾ ਜੀ, ਸਾਡੇ ਕੋਲ ਅਜੇ ਸਮਾਂ ਨਹੀਂ ਨਿਕਲ ਪਾ ਰਿਹਾ। ਕਿਉਂ? ਜਦੋਂ ਜਪਣ ਦੀ ਗੱਲ ਆਵੇ, ਇਹ ਤਾਂ ਹੋ ਗਿਆ ਨਾ, ਮਤਲਬ ਖਾਣ ਦੀ ਗੱਲ ਆ ਜਾਵੇ ਉਦੋਂ ਸਿੱਖ ਖਾਵੇ, ਕਿਉਂਕਿ ਅਧਿਕਾਰ ਗੁਰੂ ਗ੍ਰੰਥ ਸਾਹਿਬ ਦੇ ਉਹਦੇ ਉੱਪਰ ਹੈ। ਜਦੋਂ ਜਪਣ ਦੀ ਗੱਲ ਆਵੇ ਉਦੋਂ ਦੂਜਾ ਜਪੇ। ਇਹ ਕਿਸ ਤਰ੍ਹਾਂ ਦੀ ਗੱਲ ਹੋ ਗਈ? ਇਸ ਕਰਕੇ ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਵਿੱਚ ਇਹ ਸਮਝਾਇਆ ਸੀਗਾ ਵੀ ਕਹਿੰਦੇ ਗੁਰਬਾਣੀ ਕਹਿੰਦੀ ਸਾਚਾ ਸਤਿਗੁਰ ਕਿਆ ਕਰੇ। ਸੱਚਾ ਸਤਿਗੁਰੂ ਵੀ ਕੀ ਕਰ ਸਕਦਾ ਹੈ? ਜੋ ਸਿੱਖਾਂ ਮੈਂ ਚੂਕ। ਜਦੋਂ ਸਿੱਖ ਹੀ ਭੁੱਲ ਚੁੱਕ ਕਰਦੇ ਨੇ, ਇਹਨਾਂ ਦੇ ਵਿੱਚ ਗਿਆਨ ਲੈਣ ਦੀ ਕੋਈ ਹੈ ਨਹੀਂ, ਅਸੀਂ ਗਿਆਨ ਲੈ ਲਈਏ। ਤੇ ਕਹਿੰਦੇ ਨੇ ਫਿਰ ਅੰਧੇ ਏਕ ਨਾ ਲੱਗੀ। ਇਸ ਮਨੁੱਖ ਨੂੰ ਇੱਕ ਵੀ ਨਹੀਂ ਲੱਗਦੀ ਜਿਉਂ ਬਾਂਸ ਵਜਾਈਏ। ਫੂਕ ਜਿਵੇਂ ਬਾਂਸ ਦੇ ਵਿੱਚ ਫੂਕ ਮਾਰੀ ਜਾਂਦੀ ਹੈ ਨਾ, ਕਿਵੇਂ? ਚਲੋ ਮੰਨ ਲਿਆ ਵੀ ਜੇ ਅਸੀਂ ਆਖੀਏ ਵੀ ਅਸੀਂ ਸਿੱਖ ਹੈਗੇ ਆ, ਮੈਂ ਗੱਲ ਸਿੱਖਾਂ ਦੀ ਕਰਦਾ, ਆਪਾਂ ਨਾ ਕਿਸੇ ਨਾਲ ਵੈਰ ਵਿਰੋਧ ਬਿਲਕੁਲ ਨਹੀਂ ਹੈ। ਕਿਉਂਕਿ ਵੈਰ ਵਿਰੋਧ ਚਿੰਨ੍ਹ ਪਾ ਸਕਦੇ ਨੇ, ਸ਼ਬਦ ਵੈਰ ਵਿਰੋਧ ਨਹੀਂ ਪਾਉਂਦਾ ਕਦੀ ਕਿਸੇ ਨਾਲ। ਪਰ ਅਸੀਂ ਵੈਰ ਵਿਰੋਧ ਕਰਨਾ ਕਿਉਂ ਹੈ? ਗੱਲ ਤਾਂ ਰੱਬ ਦੀ ਹੋ ਰਹੀ ਹੈ, ਤੇ ਅਸੀਂ ਵੈਰ ਵਿਰੋਧ ਕਿਉਂ ਧਰਮਾਂ ਦੇ ਉੱਪਰ ਪਾ ਰਹੇ ਹਾਂ? ਲੋਕਾਂ ਨੂੰ ਲੜਾ ਰਹੇ ਹਾਂ ਵੀ ਨਹੀਂ ਸਾਡਾ ਧਰਮ ਚੰਗਾ, ਸਾਡਾ ਧਰਮ ਚੰਗਾ ਹੈ। ਊਣ ਤਾਈਆਂ ਧਰਮ ਕੋਈ ਵੀ ਮਾੜਾ ਨਹੀਂ ਹੈਗਾ। ਊਣ ਤਾਈਆਂ ਵਿੱਚ ਉਹਨਾਂ ਦੇ ਵਿੱਚ ਜਿਹੜੇ ਬੈਠੇ ਆਗੂ ਨੇ ਉਹ ਕਈ ਵਾਰੀ ਮਾੜਾ ਕਰ ਦਿੰਦੇ ਨੇ, ਤੇ ਜਿਹਦੇ ਕਰਕੇ ਉਹ ਸਾਨੂੰ ਉਹ ਰੱਬ ਜਿਹੜਾ ਉਹਨਾਂ ਦਾ ਧਰਮ ਮਾੜਾ ਲੱਗਣ ਲੱਗ ਪੈਂਦਾ ਹੈ। ਸੋ ਇਵੇਂ ਹੀ ਜੇ ਅਸੀਂ ਆਖਦੇ ਹਾਂ ਵੀ ਅੰਮ੍ਰਿਤ ਛਕਣਾ ਚਾਹੀਦਾ ਸਿੱਖਾਂ ਨੂੰ, ਅੰਮ੍ਰਿਤ ਛਕ ਲੈਣਾ ਚਾਹੀਦਾ ਸਿੱਖਾਂ ਨੂੰ, ਛਕਣਾ ਜ਼ਰੂਰੀ ਹੈ। ਫਿਰ ਜਦੋਂ ਉਹ ਸਿੱਖ ਕਹਿੰਦਾ ਹੈ ਵੀ ਬਾਬਾ ਜੀ ਸਾਨੂੰ ਤਾਂ ਪਹਿਲਾਂ ਇਹ ਗੱਲ ਦੱਸੋ ਵੀ ਫਲਾਣਾ ਸਿੱਖ ਫਲਾਣੀ ਜਗ੍ਹਾ ਦੇ ਉੱਪਰ ਦਾਰੂ ਪੀਂਦਾ ਸੀਗਾ, ਉਹਨੇ ਤਾਂ ਅੰਮ੍ਰਿਤ ਭੰਗ ਕਰ ਦਿੱਤਾ, ਤੇ ਫਿਰ ਅੰਮ੍ਰਿਤ ਦੇ ਵਿੱਚ ਕੀ ਲਾਭ ਹੋਇਆ ਉਹਨੂੰ? ਫਿਰ ਕਹਿੰਦੇ ਜੀ ਅੰਮ੍ਰਿਤ ਛਕਿਆ ਸੀ ਉਹਨੇ, ਉਹਨੂੰ ਆਣ ਕੇ ਇੰਨੇ ਰੋਗ ਲੱਗ ਗਏ ਨੇ, ਅੰਮ੍ਰਿਤ ਛਕਣ ਦਾ ਲਾਭ ਕੀ ਹੋਇਆ ਸਾਨੂੰ? ਤੇ ਜੇ ਅਸੀਂ ਲਾਭ ਹੀ ਲੈਣਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਰਗਾ ਲਈਏ ਨਾ। ਕਿੱਡਾ ਵੱਡਾ ਲਾਭ ਲਿਆ ਉਹਨਾਂ ਨੇ। ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤ ਚਾਰ, ਪੰਥ ਵਸੇ ਮੈਂ ਉਜੜਾਂ। ਐਡਾ ਵੱਡਾ ਲਾਭ ਅਜੇ ਤੱਕ ਕਿਸੇ ਨੇ ਲਿਆ ਨਹੀਂ ਹੋਣਾ ਸਿੱਖੀ ਦੇ ਵਿੱਚੋਂ। ਕਹਿੰਦੇ ਪੰਥ ਵਸ ਜਾਵੇ ਮੈਂ ਉਜੜ ਜਾਵਾਂ। ਫਿਰ ਜਿਹੜਾ ਬੱਚੇ ਛੋਟੇ ਛੋਟੇ ਅੱਖਾਂ ਦੇ ਸਾਹਮਣੇ ਕਟਾਏ ਉਹਨਾਂ ਨੇ, ਛੋਟੇ ਛੋਟੇ ਬੱਚੇ, ਲੋਕ ਮੰਦਾ ਵੀ ਬੋਲਦੇ ਸਨ। ਆਪਾਂ ਪਿੱਛੇ ਜੇ ਇਤਿਹਾਸ ਪੜ੍ਹਦੇ ਨੇ, ਸ਼ਾਮ ਦੇ ਜਿਹੜੇ ਦੀਵਾਨ ਨੇ ਨਾ, ਉਹਨਾਂ ਦੇ ਵਿੱਚ ਇਤਿਹਾਸ ਚੱਲ ਰਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਉਹਨਾਂ ਦੇ ਵਿੱਚ ਨਾ ਇੱਕ ਭਗਵਾਨ ਦਾਸ ਘੇਰੜ, ਉਹਦੀ ਸਾਖੀ ਆਉਂਦੀ ਹੈ। ਉਹ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਗਾਲਾਂ ਕੱਢ ਕੇ ਗਿਆ ਸੀ। ਕੀ ਕਹਿੰਦਾ ਸੀ? ਕਹਿੰਦਾ ਤੁਹਾਨੂੰ ਨਾ ਆਦਤ ਪੈ ਗਈ ਹੈ ਲੋਕਾਂ ਦੇ ਧਨ ਦੇ ਉੱਪਰ ਐਸ਼ ਕਰਨ ਦੀ,
ਤੁਹਾਡੇ ਬਾਬੇ ਜਿਹੜੇ ਸੀ ਨਾ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ, ਗੁਰੂ ਅਰਜਨ ਸਾਹਿਬ ਜੀ, ਐਵੇਂ ਕਹਿੰਦੇ ਨੇ ਸੰਸਾਰ ਦੇ ਵਿੱਚ ਢੋਂਗੀ ਸੀ, ਇਹ ਢੋਂਗ ਰਚਦੇ ਪਏ ਸੀ। ਤੇ ਨਾਲ ਕਹਿ ਗਿਆ, ਕਹਿੰਦਾ ਜਿਵੇਂ ਤੇਰੇ ਬਾਪੂ ਨੂੰ ਸ਼ਹੀਦ ਕਰ ਦਿੱਤਾ ਨਾ ਤਤੀ ਤਵੀ ਦੇ ਉੱਤੇ ਬਿਠਾ ਕੇ, ਕਹਿੰਦੇ ਸਮਾਂ ਆਵੇਗਾ ਤੈਨੂੰ ਵੀ ਸ਼ਹੀਦ ਕਰ ਦੇਵਾਂਗੇ। ਤੇ ਪਿੱਛੇ ਉਹਦੀ ਪਾਵਰ ਕੀ ਸੀਗੀ? ਸ਼ਾਹਜਹਾਨ। ਉਹ ਕਹਿੰਦਾ ਮੈਂ ਸ਼ਾਹਜਹਾਨ ਦੇ ਕੋਲ ਜਾਵਾਂਗਾ, ਤੁਹਾਨੂੰ ਖਤਮ ਕਰ ਦੇਵਾਂਗਾ। ਮਹਾਰਾਜ ਕਹਿੰਦੇ ਨੇ ਫਿਰ ਜਦੋਂ ਉਹਨਾਂ ਨੇ ਗਾਲੀ ਬਕੀ, ਵੈਸੇ ਉਹ ਨਿਮਰਤਾ ਹੈ ਉਹਨਾਂ ਦੇ ਅੰਦਰ, ਪਰ ਗਾਲਾਂ ਜਦੋਂ ਕੱਢੀਆਂ, ਉਸ ਤੋਂ ਬਾਅਦ ਉਹਨਾਂ ਨੇ ਉਸ ਸਿੱਖਾਂ ਨੂੰ ਉਪਦੇਸ਼ ਕੀਤਾ ਵੀ ਹੁਣ ਇਹਨੂੰ ਸਮਝਾਓ। ਫਿਰ ਉਹਨਾਂ ਨੇ ਸਮਝਾਇਆ ਤੇ ਮਾਰ ਪਈ, ਤੇ ਮਾਰ ਖਾਂਦਾ ਖਾਂਦਾ ਮਰ ਜਾਂਦਾ ਹੈ। ਫਿਰ ਉਹਨੂੰ ਬਿਆਸਾ ਨਦੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਸ ਕਰਕੇ ਜਦੋਂ ਵੀ ਅਸੀਂ ਅਕਾਲ ਪੁਰਖ ਪਰਮਾਤਮਾ ਜੀਆਂ ਦੇ ਕੋਲ, ਰੱਬ ਦੀਆਂ ਕੋਲ ਨਾਮ ਦੀ ਗੱਲ ਕਰਦੇ ਹਾਂ, ਕਹਿੰਦੇ ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਫਿਰ ਕਿਰਤ ਨਾ ਤਾਂ ਸਾਡੇ ਕੋਲ ਕਿਰਤ ਰਹਿ ਗਈ, ਵੰਡ ਛਕ ਕੇ ਵੀ ਨਹੀਂ ਰਹਿ ਗਿਆ, ਤੇ ਨਾਮ ਜਪੋ ਕਹਿੰਦੇ ਦੂਜਿਆਂ ਨੂੰ ਕਹਿੰਦੇ ਤੁਸੀਂ ਜਪ ਲਓ, ਸਿੱਖਾਂ ਵਾਸਤੇ ਤਾਂ ਉਪਦੇਸ਼ ਹੈਗਾ ਨਹੀਂ ਹੈ। ਅਧਿਕਾਰ ਹੈਗਾ ਸਾਡੇ ਤੇ, ਇਹ ਗੁਰੂ ਘਰ ਸਿੱਖਾਂ ਦਾ ਹੈ। ਪਰ ਜਦੋਂ ਜਪਜੀ ਸਾਹਿਬ ਹੈ, ਜਪਜੀ ਸਾਹਿਬ ਸਾਰਿਆਂ ਦੀ ਸਾਂਝੀ ਹੈ। ਇਹ ਕਿਵੇਂ ਦਾ ਹੋਏ ਗੱਲ? ਜਿਹੜੀ ਇਮਾਰਤ ਹੈ, ਜਿਹੜਾ ਉਥੋਂ ਦਾ ਅਧਿਕਾਰ ਹੈ, ਉਹ ਸਿੱਖ ਹੀ ਕਰ ਸਕਦਾ ਹੈ। ਪਰ ਜਦੋਂ ਜਪਣ ਦੀ ਗੱਲ ਆਈ, ਉਦੋਂ ਕਹਿੰਦੇ ਸਾਰੇ ਜਪ ਸਕਦੇ ਨੇ, ਸਾਰੇ ਜਪ ਲੈ। ਪਰ ਜਪਜੀ ਸਾਹਿਬ ਬਹੁਤਿਆਂ ਸਿੱਖਾਂ ਨੂੰ ਨਹੀਂ ਆਉਂਦਾ ਹੋਏਗਾ, ਬਹੁਤਿਆਂ ਸਿੱਖਾਂ ਨੂੰ ਜਪਜੀ ਸਾਹਿਬ ਨਹੀਂ ਆਉਂਦਾ। ਜਪਜੀ ਸਾਹਿਬ ਛੱਡੋ, ਉਹਨਾਂ ਨੂੰ ਇੱਕ ਓੰਕਾਰ ਸ਼ੁੱਧ ਉਚਾਰਨਾ ਨਹੀਂ ਆਉਂਦਾ। ਇੱਕ ਓੰਕਾਰ ਪੁੱਛ ਲਓ ਜੀ, ਕਹਿੰਦੇ ਇੱਕ ਓੰਕਾਰ, ਉਹ ਕਹਿੰਦੇ ਜੀ ਇੱਕ ਓੰਕਾਰ। ਫਿਰ ਲਿਖਾ ਲਓ ਮੋਟਰਸਾਈਕਲ ਦੇ ਉੱਪਰ, ਗੱਡੀ ਦੇ ਉੱਪਰ ਆਕਾਰ ਬਦਲ ਦਿੱਤਾ ਇੱਕ ਓੰਕਾਰ ਦਾ ਸਾਡੇ ਬੱਚਿਆਂ ਨੇ, ਸਾਨੂੰ ਪਤਾ ਨਹੀਂ ਲੱਗਦਾ। ਉਹ ਕਿਸੇ ਨੇ ਗਰਦਨ ਦੇ ਉੱਪਰ ਛਪਾਇਆ ਖੰਡਾ, ਕਿਸੇ ਨੇ ਆਪਣੀ ਧੌਣ ਦੇ ਉੱਪਰ। ਸੋ ਇਦਾਂ ਕੀ ਹੋ ਜਾਏਗਾ? ਤੁਸੀਂ, ਤੁਹਾਡੀ ਜਿਆਦੀ ਸਿੱਖੀ ਛਲਕ ਪਵੇਗੀ ਵੀ ਖੰਡਾ ਛਪਾਉਣ ਦੇ ਨਾਲ। ਅੰਮ੍ਰਿਤ ਤਾਂ ਛਕਿਆ ਨਹੀਂ, ਤੇ ਖੰਡਾ ਛਪਾਉਣ ਦੇ ਨਾਲ ਸਿੱਖੀ ਬਾਹਰ ਆ ਜਾਏਗੀ ਵੀ ਹਾਂ ਇਹ ਸਿੱਖ ਹੈਗਾ, ਇਹ ਰੱਬ ਦਾ ਸਿੱਖ, ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈਗਾ। ਜੇ ਜਪਜੀ ਸਾਹਿਬ ਨਹੀਂ ਆਉਂਦਾ, ਨਹੀਂ ਕੋਈ ਗੱਲ ਨਹੀਂ, ਪਰ ਇਹ ਸਿੱਖੀ ਇੱਥੋਂ ਦਿਸ ਰਹੀ ਹੈ। ਹੌਲੀ ਹੌਲੀ ਇਹ ਬੰਦਾ ਜਿਹੜਾ ਸਿੱਖ ਸੀਗਾ, ਇਹ ਵੀ ਲਾਲਚੀ ਬਿਰਤੀ ਵਾਲਾ ਹੋ ਗਿਆ, ਇਹ ਵੀ ਕਰਮ ਕਰਨ ਲੱਗ ਪਿਆ, ਇਹ ਵੀ ਨਸ਼ਿਆਂ ਸ਼ਰਾਬਾਂ ਦੇ ਵਿੱਚ, ਵਿਕਾਰਾਂ ਦੇ ਵਿੱਚ ਪੈ ਗਿਆ। ਜੇ ਨਹੀਂ ਪਿਆ ਤੇ ਕਹਿ ਦਿਓ, ਪਰ ਗੁਰਬਾਣੀ ਦਾ ਇਹ ਸਿਧਾਂਤ ਜੇ ਅਸੀਂ ਲੁਕਾ ਕੇ ਰੱਖਾਂਗੇ, ਛੁਪਾ ਕੇ ਰੱਖਾਂਗੇ, ਤਾਂ ਨਹੀਂ ਹੋ ਸਕਦਾ। ਗੱਲ ਭਜਨ ਦੀ ਹੋ ਰਹੀ ਹੈ, ਤੇ ਭਜਨ ਰੱਬ ਦੀ ਬੰਦਗੀ ਸਾਰਿਆਂ ਦੀ ਸਾਂਝੀ ਹੁੰਦੀ ਹੈ। ਇਹ ਕਦੀ ਕਿਸੇ ਇੱਕ ਦੀ ਨਹੀਂ ਹੁੰਦੀ। ਕੋਈ ਇੱਕ ਬੰਦਾ ਅਧਿਕਾਰ ਨਹੀਂ ਕਹਿ ਸਕਦਾ ਕਿ ਨਹੀਂ ਇਸ ਉੱਤੇ ਮੇਰਾ ਹੀ ਅਧਿਕਾਰ ਹੈ, ਇਹ ਸਰਬ ਸਾਂਝਾ ਹੈ। ਗੁਰਬਾਣੀ ਨੇ ਕਿਹਾ ਨਾ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਚਾਰ ਵਰਨਾ ਨੂੰ ਉਪਦੇਸ਼ ਸਾਂਝਾ ਹੈ। ਔਰ ਅੱਜ ਵੀ ਜਦੋਂ ਵੀ ਕਿਤੇ ਗੁਰੂ ਘਰ ਬਣਦਾ ਹੈ, ਉਹ ਗੁਰੂ ਘਰ ਨੂੰ ਬਣਾਉਣ ਵਾਲੇ ਕੋਸ਼ਿਸ਼ ਪਹਿਲਾਂ ਇਹ ਕਰਦੇ ਨੇ ਵੀ ਇਹ ਵੇਖਿਆ ਜਾਵੇ ਵੀ ਆਲੇ ਦਾਲੇ ਜਿਹੜੇ ਨੇ, ਚਾਰ ਦਰਵਾਜ਼ੇ ਜਿਹੜੇ ਨੇ ਉਹ ਰੱਖਣੇ ਨੇ। ਕੋਸ਼ਿਸ਼ ਕਰਨੀ ਵੀ ਆਪਾਂ ਚਾਰ ਦਰਵਾਜ਼ੇ ਜਿਹੜੇ ਨੇ ਉਹ ਰੱਖਣੇ ਨੇ। ਕਿਸ ਵਾਸਤੇ? ਤਾਂ ਕਿ ਜਿਵੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਣਿਆ ਹੋਇਆ ਹੈ, ਉਹਨਾਂ ਵਾਂਗੂ ਕਿ ਉੱਥੇ ਚਾਰ ਵਰਨਾਂ ਦੇ ਲੋਕ ਜਾ ਸਕਦੇ ਨੇ, ਉੱਥੇ ਕੋਈ ਵੀ ਜਾ ਸਕਦਾ ਹੈ। ਸੋ ਇਸ ਕਰਕੇ ਸਾਨੂੰ ਪਹਿਲਾਂ ਆਪਣੇ ਆਪ ਨੂੰ, ਲੋਕਾਂ ਨੂੰ ਜੋੜਨ ਤੋਂ ਪਹਿਲਾਂ ਵੀ ਲੋਕਾਂ ਨੂੰ ਆਖੀਏ ਤੁਸੀਂ ਆਓ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ, ਉਸ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਇਹ ਵੇਖਣਾ ਪਵੇਗਾ ਕਿ ਅਸੀਂ ਕਿੰਨਾ ਕੁ ਨਾਮ ਜਪਦੇ ਹਾਂ। ਹਰ ਹਰ ਨਾਮ ਕਮਾਵਣਾ ਨਾਨਕ, ਇਹ ਧਨ ਸਾਰ। ਮਹਾਰਾਜ ਕਹਿੰਦੇ ਜੋ ਮਰਜ਼ੀ ਕਰ ਲੈ, ਵਿਖਿਆ ਇਕੱਠੀ ਕਰ ਲੈ, ਇਹ ਸਵਾਹ ਹੈ ਸਾਰਾ ਕੁਝ ਵੀ ਨਾਲ ਨਹੀਂ ਜਾਣਾ। ਤੇ ਜਿਨ੍ਹਾਂ ਨੇ ਕੱਚਾ ਧਨ ਸੰਚਿਆ, ਉਹ ਭਾਵੇਂ ਸਿੱਖ ਹੋਵੇ, ਭਾਵੇਂ ਹਿੰਦੂ ਮੁਸਲਮ ਕੁਝ ਵੀ ਹੋਵੇ, ਉਹਨੂੰ ਸਤਿਗੁਰੂ ਜੀ ਨੇ ਮੂਰਖ ਆਖਿਆ। ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ, ਵਿਖਿਆ ਕੈ ਧਨ ਸਦਾ ਦੁੱਖ ਹੋਏ। ਕਹਿੰਦੇ ਨੇ ਵਿਖਿਆ ਦੇ ਧਨ ਰਾਹੀਂ ਸਦਾ ਦੁੱਖ ਹੁੰਦਾ ਹੈ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਨਾ ਸਾਥ ਜਾਂਦਾ ਹੈ ਨਾ ਪ੍ਰਾਪਤ ਹੁੰਦਾ ਹੈ। ਸੋ ਉਸ ਤੋਂ ਬਾਅਦ ਜਦੋਂ ਰਾਜਾ ਜਨਕ ਨੇ ਅਸ਼ਟਾਵਕਰ ਨੂੰ ਆਪਣਾ ਗੁਰੂ ਬਣਾ ਲਿਆ, ਤੇ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਉਹਦੇ ਕੋਲ ਨਾ ਇੱਕ ਵਿਆਸ ਦਾ ਪੁੱਤਰ ਜਿਹੜਾ ਸੁਖਦੇਵ ਸੀਗਾ, ਉਹ ਆਇਆ ਇੱਕ ਦਿਨ। ਉਹ ਆਣ ਕੇ ਕਹਿੰਦਾ ਵੀ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ। ਬੜਿਆਂ ਲੋਕਾਂ ਕੋਲ ਗਿਆ, ਉਹ ਪਹਿਲਾਂ ਬੜਿਆਂ ਕੋਲ ਗਿਆ। ਵਿਆਸ ਪਿਤਾ ਸੀ ਉਹਦਾ। ਉਹ ਕਹਿੰਦਾ ਵੀ ਪੁੱਤ, ਜੇ ਤੂੰ ਗੁਰੂ ਧਾਰਨ ਨਹੀਂ ਕਰੇਗਾ ਤਾਂ ਤੇਰਾ ਜਨਮ ਅਜਾਈ ਚਲੇ ਜਾਣਾ ਹੈ। ਉਹ ਕਹਿੰਦਾ ਬਾਪੂ ਤੁਸੀਂ ਬਹੁਤ ਵੱਡੇ ਗਿਆਨੀ ਹੋ, ਤੁਸੀਂ ਬੜੇ ਵੱਡੇ ਪੰਡਿਤ ਹੋ,
बड़ा रब दा ज्ञान है तुहाडे कोल, मैं तुहानू गुरु धारण कर लेना। पर वो कहंदे नहीं, मैं तुहानू उपदेश नहीं दे सकदा, क्योंकि जे मैं तुहानू उपदेश देवांगा ते उपदेश वास्ते कठिन ਜਿਹੜੀਆਂ ਨੇ ਉਹਨਾਂ ਦੇ ਵਿੱਚੋਂ कठिन ਕਰਮਾਂ ਦੇ ਵਿੱਚੋਂ ਨਿਕਲਣਾ ਪੈਂਦਾ ਹੈ। कठिन ਜਿਹੜੀਆਂ ਘਾਲਣੀਆਂ ਪੈਂਦੀਆਂ, ਪਰ ਮੈਂ ਤੇਰਾ ਬਾਪੂ ਆ ਤੇ ਮੈਨੂੰ ਤੇਰੇ ਤੇ ਤਰਸ ਆ ਜਾਣਾ ਹੈ। ਇਸ ਕਰਕੇ ਤੂੰ ਜਾ। ਫਿਰ ਉਹ ਜਿੱਥੇ ਵੀ ਗਿਆ, ਕਿਉਂਕਿ ਗਿਆਨ ਬੜਾ ਸੀ, ਜਿੱਥੇ ਵੀ ਗਿਆ ਉਹਦੀ ਬਰੋਬਰ ਦਾ ਜਾਂ ਉਹਦੇ ਅਨੁਸਾਰ ਉਹਨੂੰ ਕੋਈ ਵੀ ਨਾ ਮਿਲਿਆ। ਕਦੇ ਕਿਸੇ ਪੰਡਤ ਸਾਹਿਬਾਨ ਨੂੰ ਮੰਦਾ ਕਹਿ ਦੇਣਾ, ਕਦੇ ਕਿਸੇ ਰਿਸ਼ੀ ਮੁਨੀ ਨੂੰ ਮੰਦਾ ਕਹਿ ਦੇਣਾ, ਪਰ ਗੱਲ ਨਾ ਬਣੀ। ਉਹਨਾਂ ਦਾ ਅਪਮਾਨ ਹੀ ਕਰਦਾ ਰਿਹਾ। ਪਰ ਅਖੀਰ ਦੇ ਵਿੱਚ ਵਿਆਸ ਕਹਿੰਦਾ ਵੀ ਤੂੰ ਰਾਜੇ ਜਨਕ ਨੂੰ ਜੇ ਬਣਾਉਣਾ ਤਾਂ ਰਾਜੇ ਜਨਕ ਨੂੰ ਗੁਰੂ ਬਣਾ। ਮਨ ਦੇ ਵਿੱਚ ਸਵਾਲ ਪੈਦਾ ਹੋ ਗਿਆ, ਕਹਿੰਦਾ ਰਾਜਾ ਤੇ ਭਗਤ ਇਹ ਕਿਵੇਂ ਹੋ ਸਕਦਾ ਵੀ ਇੱਕ ਰਾਜਾ ਭਗਤ ਹੋਵੇ? ਰਾਜਾ ਕਿਵੇਂ ਭਗਤ ਹੋ ਸਕਦਾ ਹੈ? ਉਹ ਤਾਂ ਮਾਇਆ ਧਾਰੀ, ਉਹ ਤਾਂ ਮਹਿਲ ਮਾੜੀਆਂ ਹੋਣਗੀਆਂ। ਕਹਿੰਦੇ ਤੂੰ ਜਾ ਤਾਂ ਸਹੀ। ਇਵੇਂ ਕੀਤਾ, ਗਿਆ ਜਦੋਂ ਤੇ ਜਾ ਕੇ ਤੇ ਰਾਜੇ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ, ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ। ਪਰ ਇਹ ਰਾਜ ਭਾਗ ਜਿਹੜਾ ਹੈ ਇਹਦੇ ਕਰਕੇ ਮੈਨੂੰ ਲੱਗਦਾ ਵੀ ਸ਼ਾਇਦ ਹੋ ਸਕਦਾ ਹੈ ਤੁਹਾਡੇ ਕੋਲ ਪਰਮਾਤਮਾ ਦੀ ਬੰਦਗੀ ਨਾ ਹੋਵੇ। ਸੋ ਇਸੇ ਤਰੀਕੇ ਦੇ ਨਾਲ ਜਦੋਂ ਇਹਨਾਂ ਗੱਲ ਕਹੀ ਤੇ ਉਹ ਰਾਜਾ ਜਨਕ ਕਹਿੰਦਾ ਨਹੀਂ ਤੂੰ ਜਾ, ਹੁਣ ਤੂੰ ਦੁਬਾਰਾ ਆਵੇਂ। ਅਜੇ ਤੇਰੇ ਕੋਲ ਉਪਦੇਸ਼ ਲੈਣ ਵਾਲਾ ਹਿਰਦਾ ਨਹੀਂ ਹੈਗਾ, ਤੂੰ ਦੁਬਾਰਾ ਆਵੀਂ। ਫਿਰ ਗਿਆ, ਪਿਤਾ ਨੇ ਕਿਹਾ ਵੀ ਹੁਣ ਨਾ ਤੂੰ ਨੀਵਾਂ ਹੋ ਕੇ ਜਾਈਂ, ਬਿਲਕੁਲ ਨਿਮਰਤਾ ਧਾਰਨ ਕਰਕੇ ਜਾਵੀਂ। ਹੋ ਸਕਦਾ ਤੇਰਾ ਭਲਾ ਹੋ ਜਾਵੇ, ਪਰ ਉਹਦੇ ਵਰਗਾ ਭਗਤ ਨਹੀਂ ਕੋਈ ਹੈਗਾ। ਸੋ ਕਹਿੰਦੇ ਇਸ ਤਰ੍ਹਾਂ ਇਹ ਗਿਆ ਤੇ ਇਹਨੇ ਕੀ ਕੀਤਾ, ਆਪਣੀ ਲੰਗੋਟ ਜਿਹੜੀ ਸੀਗੀ ਜਾਂ ਕੋਈ ਕੱਪੜਾ ਸਰੀਰ ਦਾ ਉਸ ਰਾਜੇ ਦੇ ਮਹਿਲ ਦੇ ਵਿੱਚ ਰੱਖਿਆ ਹੋਇਆ ਸੀ। ਤੇ ਕਹਿੰਦੇ ਇੰਨੇ ਚਿਰ ਨੂੰ ਕਿਤੇ ਭਿਆਨਕ ਅੱਗ ਲੱਗ ਗਈ। ਭਿਆਨਕ ਜਦੋਂ ਅੱਗ ਲੱਗੀ ਤੇ ਕਹਿੰਦੇ ਫਿਰ ਜਦੋਂ ਅੱਗ ਲੱਗਣ ਦੇ ਕਾਰਨ ਇਹ ਰਾਜਾ ਜਨਕ ਜਿਹੜਾ ਉਹ ਬਿਲਕੁਲ ਆਰਾਮ ਦੇ ਨਾਲ ਤੁਰਿਆ ਫਿਰਦਾ ਹੈ। ਉਹਨੂੰ ਕੋਈ ਵੀ ਪਰਵਾਹ ਨਹੀਂ ਹੈਗੀ ਵੀ ਅੱਗ ਲੱਗੀ ਹੋਈ ਹੈ, ਕਿਉਂਕਿ ਬੜਾ ਬਲੀ ਭਗਤ ਸੀਗਾ, ਬੜਾ ਕਰਨੀ ਵਾਲਾ ਭਗਤ ਸੀਗਾ ਇਹ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤੇ ਉਹ ਜਿਹੜਾ ਸੁਖਦੇਵ ਸੀਗਾ ਉਹ ਕਹਿੰਦਾ ਵੀ ਮੇਰੀ ਤਾਂ ਉੱਥੇ ਦੂਸਰੀ ਪਈ ਹੋਈ ਹੈ, ਲੰਗੋਟ ਪਈ ਹੋਈ ਹੈ। ਉਹ ਭੱਜ ਕੇ ਉਹ ਕਹਿੰਦਾ ਕਿੱਥੇ ਚੱਲੇ ਆ? ਕਹਿੰਦਾ ਮੇਰਾ ਲੰਗੋਟ ਰਹਿ ਗਿਆ, ਉਹ ਸੜ ਨਾ ਜਾਵੇ। ਕਹਿੰਦੇ ਵਾਹ, ਆਇਆ ਤੂੰ ਗੁਰੂ ਬਣਾਉਣ ਵਾਸਤੇ, ਬੜਿਆਂ ਦਾ ਤੂੰ ਮਾਣ ਤੋੜਿਆ, ਬੜਿਆਂ ਦੀ ਤੂੰ ਬੇਇੱਜ਼ਤੀ ਕੀਤੀ ਹੈ, ਬੜਿਆਂ ਦੇ ਨਾਲ ਤੂੰ ਭੈੜੇ ਬਚਨ ਬੋਲੇ ਨੇ, ਸਾਧੂਆਂ ਦੇ ਨਾਲ, ਪਰ ਤੇਰੀ ਕਿਸੇ ਨੇ ਤਸੱਲੀ ਨਹੀਂ ਕਰਾਈ। ਹੁਣ ਮੈਂ ਤੈਨੂੰ ਦੱਸਦਾ ਕੀ ਕਹਿੰਦੇ, ਤੂੰ ਕਹਿੰਦਾ ਸੀ ਮੈਨੂੰ ਮਾਇਆਧਾਰੀ ਕਹਿੰਦਾ ਸੀ, ਤੂੰ ਮੈਨੂੰ ਕਹਿੰਦਾ ਸੀ ਮਾਇਆਧਾਰੀ, ਕੀ ਗੱਲ ਹੁਣ ਤੇਰੇ ਇੱਕ ਛੋਟਾ ਜਿਹਾ ਲੰਗੋਟ ਛੱਡਦਾ ਪਿਆ ਹੈ ਤੇ ਤੂੰ ਉਹਦੇ ਵਾਸਤੇ ਕਹਿੰਦੇ ਨੇ ਬੜਾ ਆਪਣੇ ਆਪ ਨੂੰ ਮਾਇਆ ਦਾ ਤਿਆਗੀ ਸਮਝਦਾ ਸੀ। ਉਹ ਫਿਰ ਚਰਨ ਨਹੀਂ ਪੈ ਜਾਂਦਾ। ਕਹਿੰਦਾ ਜਾ ਭੱਜ ਜਾ, ਹੁਣ ਤੇਰੇ ਵਾਸਤੇ ਕੋਈ ਗਿਆਨ ਨਹੀਂ ਹੈਗਾ, ਕੋਈ ਗਿਆਨ ਨਹੀਂ ਹੈਗਾ ਤੇਰੇ ਵਾਸਤੇ, ਭੱਜ ਜਾ ਇੱਥੋਂ। ਫਿਰ ਉਹਨੇ ਕੀ ਕੀਤਾ, 1000 ਅਥਿਤੀ, ਅਥਿਤੀ ਦਾ ਅਰਥ ਹੁੰਦਾ ਹੈ ਜਿਹੜੇ ਬੇਸਮੇਂ ਤੋਂ ਆਏ ਹੋਣ, ਬੇਟੈਮੇ। 1000 ਦੇ ਕਰੀਬ ਲੋਕਾਂ ਨੂੰ ਪ੍ਰਸ਼ਾਦਾ ਛਕਾਉਂਦਾ ਸੀ ਰਾਜਾ ਜਨਕ। ਉਹ ਵੀ ਅਥਿਤ ਜਿਹੜੇ ਦੱਸ ਕੇ ਨਹੀਂ ਆਏ, ਬੇਟੈਮੇ ਆ ਗਏ ਜਦੋਂ ਮਰਜੀ। ਤੇ ਕਹਿੰਦੇ ਫਿਰ ਇਹ ਜਿਹੜਾ ਸੀ ਨਾ ਜਾ ਕੇ ਉੱਥੇ ਖਲੋ ਗਿਆ ਜਿੱਥੇ ਪੱਤਲਾਂ ਗਿਰਦੀਆਂ ਸੀਗੀਆਂ। ਜਦੋਂ ਸਿਰ ਦੇ ਉੱਪਰ ਜੂਠ ਪਈ, ਰਾਜੇ ਜਨਕ ਨੇ ਵੇਖਿਆ, ਕਹਿੰਦੇ ਹੁਣ ਇਹ ਸੁਧਰ ਗਿਆ ਹੈ, ਹੁਣ ਇਹ ਸਹੀ ਹੋ ਗਿਆ ਹੈ। ਤੇ ਕਿ ਭਾਈ ਗੁਰਦਾਸ ਜੀ ਇਸ ਬਾਬਤ ਕਹਿੰਦੇ ਨੇ ਇੰਨਾ ਵੱਡਾ ਇਹ ਭਗਤ ਹੋਇਆ ਰਾਜਾ ਜਨਕ, ਇੰਨੀ ਬੰਦਗੀ ਕੀਤੀ ਹੈ, ਸਰਬੱਤ ਦਾ ਭਲਾ ਮੰਗਦਾ ਮੰਗਦਾ ਜੰਮ ਦੇ ਨਰਕਾਂ ਦੇ ਵਿੱਚ ਪਏ ਲੋਕਾਂ ਨੂੰ ਮਿਤਾਰ ਦਿੱਤਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਕਹਿੰਦੇ ਨੇ ਗੁਰਮੁਖ ਇਹੋ ਜਿਹਾ ਸੀ ਕਿ ਮਾਇਆ ਦੇ ਵਿੱਚ ਉਦਾਸੀ ਸੀਗਾ। ਦੇਵਲੋਕ ਨੂੰ ਚੱਲਿਆ, ਕਹਿੰਦੇ ਨੇ ਪ੍ਰਲੋਕ ਦੇ ਵਿੱਚ ਚੱਲਿਆ, ਗਣ ਗੰਧਰਵ ਸਭਾ ਸੁਖ ਵਾਸੀ, ਸਾਰੇ ਸੁਖ ਮਾਣ ਰਹੇ ਨੇ ਕਿ ਸਾਡਾ ਭਗਤ ਦਾ ਸੰਗ ਮਿਲੇਗਾ, ਭਗਤ ਦਾ ਸੰਗ ਮਿਲੇਗਾ। ਜੰਮਪੁਰ ਜਾਏ ਪੁਕਾਰਿਆ, ਕਹਿੰਦੇ ਨੇ ਕਹਿਣ ਲੱਗਾ ਕਿ ਮੈਨੂੰ ਨਰਕਾਂ ਵਿੱਚ ਦੀ ਨਾ ਲੈ ਕੇ, ਸਰਗਾਂ ਵਿੱਚ ਦੀ ਨਾ ਲੈ ਕੇ ਜਾਏ, ਮੈਂ ਨਰਕਾਂ ਦੇ ਰਾਹੀਂ ਜਾਣਾ ਚਾਹੁੰਦਾ, ਮੈਂ ਵੇਖਣਾ ਚਾਹੁੰਦਾ ਕਿ ਕੀ ਫਰਕ ਹੁੰਦਾ ਹੈ। ਜੰਮਪੁਰ ਜਾਏ ਪੁਕਾਰਿਆ ਬਿਲ ਲਾਵਣ ਜੀ ਨਰਕ ਨਿਵਾਸੀ। ਜਦੋਂ ਉਸ ਰਸਤੇ ਰਾਹੀਂ ਜਾਣ ਲੱਗਾ ਤੇ ਉੱਥੇ ਜਿਹੜੇ ਜੀਵ ਸੀ ਉਹ ਰੋ ਰਹੇ ਸਨ, ਰੌਲਾ ਪਾ ਰਹੇ ਸਨ। ਕਹਿੰਦੇ ਕਿਉਂ ਪਾ ਰਹੇ ਨੇ? ਕਹਿੰਦੇ ਇਹਨਾਂ ਨੇ ਨਾਮ ਨਹੀਂ ਜਪਿਆ। ਧਰਮ ਰਾਏ ਨੂੰ ਸੱਦਿਆ, ਸਭਨਾਂ ਦੀ ਘਰ ਬੰਦ ਖਲਾਸੀ। ਧਰਮ ਰਾਏ ਨੂੰ ਆਖਿਆ, ਕਹਿੰਦੇ ਇਹਨਾਂ ਨੂੰ ਸਾਰਿਆਂ ਨੂੰ ਮਾਫ ਕਰ ਦੇ। ਤੇ ਉਹ ਅੱਗੋਂ ਕਹਿੰਦੇ ਵੀ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈਗਾ, ਇਹਨਾਂ ਨੇ ਰੱਬ ਦੀ ਬੰਦਗੀ ਨਹੀਂ ਕੀਤੀ, ਇਬਾਦਤ ਨਹੀਂ ਕੀਤੀ,
ਇਸ ਕਰਕੇ ਇਹਨਾਂ ਨੂੰ ਨਰਕਾਂ ਦੇ ਵਿੱਚ ਜਗ੍ਹਾ ਹੈ। ਫਿਰ ਉਹ ਰਾਜਾ ਕਹਿੰਦਾ ਵੀ ਕੋਈ ਤਾਂ ਢੰਗ ਹੋਏਗਾ ਨਾ, ਕੋਈ ਤਰੀਕਾ ਹੋਏਗਾ ਜਿਨ੍ਹਾਂ ਦੇ ਰਾਹੀਂ ਇਹਨਾਂ ਨੂੰ ਬਖਸ਼ਿਆ ਜਾ ਸਕੇ। ਤਾਂ ਉਹ ਕਹਿੰਦਾ ਵੀ ਮੈਂ ਤਾਂ ਰੱਬ ਦਾ ਬੰਦਾ ਹੈ। ਧਰਮ ਰਾਏ ਨੇ ਆਖਿਆ, ਹਉ ਸੇਵਕ ਠਾਕੁਰ ਅਬਨਾਸ਼ੀ, ਮੈਂ ਤਾਂ ਠਾਕੁਰ ਦਾ ਅਬਨਾਸ਼ੀ ਠਾਕੁਰ ਦਾ ਸੇਵਕ ਹੈ, ਮੇਰੇ ਹੱਥ ਦੇ ਵਿੱਚ ਕੁਝ ਨਹੀਂ ਹੈ। ਉਹ ਕਹਿੰਦੇ ਹਾਂ ਇੱਕ ਗੱਲ ਹੋ ਸਕਦੀ ਹੈ, ਇੱਕ ਪੈਰ ਦਾ ਜਾਂ ਇੱਕ ਛਿਨ ਦਾ ਭਜਨ ਜਿਹੜਾ ਹੈ ਸਿਮਰਨ, ਇੱਕ ਘੜੀ ਦਾ ਸਿਮਰਨ ਜਿਹੜਾ ਹੈ ਉਹ ਇੱਕ ਪਾਸੇ ਰੱਖ ਦਿਓ, ਬਾਕੀ ਨਰਕਾਂ ਦੇ ਸਾਰੇ ਜਿਹੜੇ ਜੀ ਜੰਤ ਨੇ ਉਹ ਤੱਕੜੀ ਦੇ ਵਿੱਚ ਪਾ ਕੇ ਇੱਕ ਪਾਸੇ ਰੱਖ ਦਿਓ। ਫਿਰ ਕਹਿੰਦੇ ਨੇ ਇਸੇ ਤਰ੍ਹਾਂ ਕੀਤਾ ਗਿਆ। ਇੱਕ ਪਾਸੇ ਇੱਕ ਘੜੀ ਦਾ ਸਿਮਰਨ ਰਾਜੇ ਜਨਕ ਦਾ ਰੱਖਿਆ ਗਿਆ ਤੇ ਇੱਕ ਪਾਸੇ ਉਹ ਸਾਰੇ ਨਰਕਾਂ ਦੇ ਜਿਹੜੇ ਜੀ ਸੀਗੇ ਉਹਨਾਂ ਨੂੰ ਲੈ ਕੇ ਲਿਆਂਦਾ ਗਿਆ। ਪਰ ਕਹਿੰਦੇ ਤਦੋਂ ਵੀ ਉਹ ਸਾਰੇ ਜੀਵ ਜੰਤ ਹੋਣ ਦੇ ਬਾਵਜੂਦ ਵੀ ਸਾਰੇ ਨਰਕ ਖਾਲੀ ਹੋ ਗਏ। ਫਿਰ ਇਸ ਤਰੀਕੇ ਦੇ ਨਾਲ ਕਰਕੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਮੁਕਤ ਭੁਗਤ ਸਦਾ ਸੁਖ ਵਾਸੀ ਨਾਮ ਨਿਵਾਸੀ, ਜਿਨ੍ਹਾਂ ਨੇ ਨਾਮ ਨੂੰ ਜਪ ਲਿਆ ਉਹ ਮੁਕਤ ਵੀ ਹੋ ਗਏ, ਉਹਨਾਂ ਦੇ ਕੋਲ ਭੁਗਤ ਤੋਂ ਪਾਵਨ ਦਾ ਉਹਨਾਂ ਨੂੰ ਸਾਰਾ ਕੁਝ ਮਿਲ ਗਿਆ। ਪਰ ਸਤਿਗੁਰੂ ਦਾ ਨਾਮ ਜਿਹੜਾ ਹੈ ਨਾ, ਜਪਣਾ ਕਿਵੇਂ ਹੈ? ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ, ਤਨ ਤੇ ਮਨ ਆਪਣਾ ਗੁਰੂ ਨੂੰ ਸੌਂਪ ਦਿਓ। ਫਿਰ ਜੋ ਗੁਰ ਕਹੇ ਸੋਈ ਭਲ ਮਾਨੋ, ਅਬ ਹਮ ਸ਼ਰਨ ਪ੍ਰਭੂ ਪੀ ਆਈ। ਹੁਣ ਤਾਂ ਅਸੀਂ ਰੱਬ ਦੀ ਸ਼ਰਨ ਦੇ ਵਿੱਚ ਆਏ ਆ, ਰਾਖ ਪ੍ਰਭੂ ਭਾਵੇਂ ਮਾਰ। ਹੁਣ ਤੇਰੀ ਮਰਜ਼ੀ ਚੱਲਦੀ, ਭਾਵੇਂ ਰੱਖ ਲੈ, ਭਾਵੇਂ ਮਾਰ ਦੇ, ਭਾਵੇਂ ਦੁੱਖ ਦੇ ਦੇ, ਭਾਵੇਂ ਸੁੱਖ ਦੇ, ਤੇ ਫਿਰ ਇਤਰਾਜ਼ ਕੋਈ ਨਹੀਂ। ਫਿਰ ਇਹ ਨਹੀਂ ਆਖਿਆ ਜਾਂਦਾ ਨਹੀਂ ਰੱਬ ਜੀ ਇੰਜ ਨਹੀਂ ਕਰਨਾ ਚਾਹੀਦਾ ਸੀ। ਫਿਰ ਇਹ ਆਖਿਆ ਜਾਣਾ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਜੋ ਤੈਨੂੰ ਚੰਗਾ ਲੱਗਦਾ ਤੂੰ ਉਹੀ ਕਰ। ਸਾਡਾ ਫਰਜ਼ ਬਣਦਾ ਹੈ ਦੁੱਖ ਨੂੰ ਵੀ ਰੱਬ ਦਾ ਹੁਕਮ ਸਮਝ ਕੇ ਆਖਣਾ ਕਿ ਸਤਿਗੁਰੂ ਇਹ ਵੀ ਤੇਰੀ ਦਇਆ ਹੈ, ਇਹ ਵੀ ਤੇਰੀ ਦਾਤ ਹੈ, ਇਸ ਨੂੰ ਮੰਨ ਕੇ ਚੱਲਣਾ। ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸਾਰੇ ਜੀਵਾਂ ਦੇ ਉੱਪਰ, ਸਾਡੇ ਔਗਣਾਂ ਨੂੰ ਨਾ ਚਿਤਾਰਦੇ ਹੋਏ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।